ਰਿਕਮੈਂਡੇਸ਼ਨ ਦੀ। ਮੈਨੂੰ ਲੱਗਦਾ ਨੌਲੇਜ ਐਕਸਪਲੋਜ਼ਨ ਵਾਲੀ ਗੱਲ ਅਸੀਂ ਡਿਸਕਸ ਕਰ ਲਈ ਸੀ, ਜਿਹਦੇ ਵਿੱਚ ਅਸੀਂ ਗੱਲ ਕਰ ਰਹੇ ਸੀ ਕਿ ਜਿਹੜਾ ਇੰਟਰਨੈਟ ਦੀ ਫਸਟ ਸਰਚ ਹੈ ਅਸੀਂ ਉਹ ਕਹਿ ਰਹੇ ਹਾਂ ਕਿ ਨੌਲੇਜ ਐਕਸਪਲੋਜ਼ਨ ਹੈ, ਔਰ ਐਵਰੀਵੇਅਰ ਦੇयर इज देयर ਪਾਈਲਿੰਗ ਆਫ ਨੌਲੇਜ बहुत वध रही है, वास्ट हो रही है, तो सानू सारा कुछ बच्चे के दिमाग च पाना है। वी आर अज्यूमिंग दैट इट इज़ अ डस्टबिन और सानू उहदे विच बहुत कुछ पाना है, जो भी साडे कोल मिलदा कचरा सारा असीं उसदे ब्रेन च पाना। दैट्स वाई आवर करिकुलम इज बिकमिंग दैट बल्कि एंड ओवर क्राउडेड। तो ये एक बड़ी वड्डी समस्या आ रही है। और ਜਿਹੜੀ ਅਸੀਂ ਗੱਲ ਇਹਦੇ ਵਿੱਚ ਕੀਤੀ ਸੀਗੀ ਮੀਡੀਅਮ ਆਫ ਇੰਸਟਰਕਸ਼ਨ ਦੀ, ਇਹ ਵੀ ਅਸੀਂ ਗੱਲ ਕਰ ਰਹੇ ਸੀ ਕਿ ਜਾਪਾਨ, ਸਾਊਥ ਕੋਰੀਆ ਜਾਂ ਤੁਸੀਂ ਚਾਈਨਾ ਜਾਂ ਤੁਸੀਂ ਰਸ਼ੀਆ ਦੀ ਐਜੂਕੇਸ਼ਨ ਦੀ ਸਕਸੈਸ ਨੂੰ ਦੇਖੋ, ਉਹ ਵਾਈ ਦੇ ਆਰ ਲੀਡਿੰਗ ਐਜ਼ ਅ that knowledge economy because they are providing the higher education in their vernacular language। ਉਹ ਆਪਣੀਆਂ ਦੇਸੀ ਲੈਂਗੁਏਜ, ਦੇਸੀ ਭਾਸ਼ਾਵਾਂ 'ਚ ਜਾਂ ਉਹਨਾਂ ਦੀ ਜਿਹੜੀ ਓਰੀਜਨਲ ਭਾਸ਼ਾਵਾਂ ਨੇ ਉਹਨਾਂ ਵਿੱਚ ਨੈਸ਼ਨਲ ਲੈਂਗੁਏਜ ਦੇ ਵਿੱਚ ਪੜ੍ਹਾਉਣਾ ਚਾਹੁੰਦੇ ਆ। ਉਹਨਾਂ ਨੇ ਨਾ ਫਰੈਂਚ ਨੂੰ ਅਡਾਪਟ ਕੀਤਾ, ਨਾ ਉਹਨਾਂ ਨੇ ਇੰਗਲਿਸ਼ ਨੂੰ ਅਡਾਪਟ ਕੀਤਾ। they are making efforts to translate all the curriculum in their vernacular language। ਤਾਂ ਸਾਡੇ ਕੋਲ ਸਮੱਸਿਆ ਇਹ ਹੈ ਕਿ ਅਸੀਂ ਤਾਂ ਪ੍ਰਾਇਮਰੀ ਵੀ ਨਹੀਂ ਆਪਣੇ vernacular language 'ਚ ਦੇ ਪਾ ਰਹੇ। ਬੀਐਡ ਦੇ ਵਿੱਚ ਤੁਹਾਡੇ ਵਿੱਚੋਂ ਜਿਹੜੇ ਬੱਚੇ ਪੰਜਾਬੀ ਮੀਡੀਅਮ ਦੇ ਨੇ, ਜਿਹੜੇ ਬੱਚੇ ਹਿੰਦੀ ਮੀਡੀਅਮ ਦੇ ਨੇ, ਉਹਨਾਂ ਦਾ ਐਕਸਪੀਰੀਅੰਸ ਹੋਏਗਾ ਕਿ ਦੇਖੋ ਉਹਨਾਂ ਨੂੰ ਜਿਹੜੀਆਂ ਬੁੱਕਸ ਨੇ ਉਹ ਮਿਲ ਨਹੀਂ ਰਹੀਆਂ ਬੀਐਡ ਦੀਆਂ। ਬੀਐਡ ਦੀਆਂ ਬੁੱਕਸ ਪੰਜਾਬੀ ਤੇ ਹਿੰਦੀ 'ਚ ਬਹੁਤ ਰੇਅਰ ਮਿਲਦੀਆਂ। ਇੰਗਲਿਸ਼ 'ਚ ਹਰ ਕੋਈ ਲਿਖ ਦਿੰਦਾ, ਲਿਖ ਹੀ ਦਿੰਦਾ। ਇੰਗਲਿਸ਼ ਦੇ ਵਿੱਚ ਲਿਖਣੀ ਈਜ਼ੀ ਇਸ ਕਾਰਨ ਹੈ ਕਿ ਗੂਗਲ ਦੇ ਉੱਪਰ ਸਰਚ ਨਾਲ ਤੁਹਾਡੇ ਕੋਲ ਜਿਹੜਾ ਕੰਟੈਂਟ ਅਵੇਲੇਬਲ ਹੋ ਜਾਂਦਾ ਔਰ ਤੁਸੀਂ ਉਹਨੂੰ ਕਾਪੀ ਕੱਟ ਪੇਸਟ ਕਰਕੇ ਥੋੜਾ ਬਹੁਤ ਐਡੀਟਿੰਗ ਕਰਕੇ ਤੁਸੀਂ ਬੁੱਕ ਦੀ ਸ਼ੇਪ ਦੇ ਲੈਂਦੇ ਹੋ। ਪਰ ਜਦੋਂ ਤੁਹਾਨੂੰ ਉਸ ਨੂੰ ਪੰਜਾਬੀ ਟ੍ਰਾਂਸਲੇਟ ਕਰਨਾ ਹੁੰਦਾ ਯੂ ਆਰ ਹੈਲਪਲੈਸ। ਤਾਂ ਸਾਡੇ ਕੋਲ ਇਹ ਵਰਨਾਕੂਲਰ ਲੈਂਗੁਏਜ ਵਾਲੇ ਬੱਚਿਆਂ ਲਈ ਇੱਕ ਡਰਾਬੈਕ ਬਣਦਾ ਜਾ ਰਿਹਾ ਕਿ ਅਸੀਂ ਉਹਨਾਂ ਨੂੰ ਮਤਲਬ ਉਸ ਮੀਡੀਅਮ 'ਚ ਨਾ ਨੌਲੇਜ ਦੇ ਪਾ ਰਹੇ ਹਾਂ, ਨਾ ਸਾਡੇ ਕੋਲ ਕੰਟੈਂਟ ਉਸ ਮੀਡੀਅਮ 'ਚ ਹੈ, ਔਰ ਸਾਡੇ ਬੱਚੇ ਦੀ ਜਿਹੜੀ ਪ੍ਰੋਬਲਮ ਹੈ ਉਹ ਬਹੁਤ ਵੱਡੀ ਹੈ। ਔਰ ਮੈਂ ਇੱਕ ਆਮ ਜਿਹੜਾ ਹੈ ਸ਼ੇਅਰ ਕਰਦਾ ਹੁੰਦਾ ਕਿ ਰਵਿੰਦਰਨਾਥ ਟੈਗੋਰ ਜੋ ਨੋਬਲ ਲੋਰੀਏਟ ਵੀ ਨੇ ਔਰ ਸਾਡੇ ਨੈਸ਼ਨਲ ਐਂਥਮ ਜਿਹੜੇ ਰਾਈਟਰ ਨੇ, ਉਹਨਾਂ ਨੇ ਜਦੋਂ ਉਹਨਾਂ ਨੂੰ ਨੋਬਲ ਪ੍ਰਾਈਜ਼ ਮਿਲਦਾ ਹੈ ਉਸ ਦਿਨ, ਜਿਸ ਦਿਨ ਨੋਬਲ ਪ੍ਰਾਈਜ਼ ਮਿਲਦਾ ਹੈ ਉਸੇ ਦਿਨ ਕੈਲਕਟਾ ਯੂਨੀਵਰਸਿਟੀ ਜਿਹੜੀ ਹੈ ਉਹਦੇ ਜਿਹੜੀ ਗ੍ਰੈਜੂਏਸ਼ਨ ਦਾ ਐਗਜ਼ਾਮ ਹੈ ਔਰ ਜਿਹੜਾ VC ਹੈ ਉਹ ਰਵਿੰਦਰਨਾਥ ਟੈਗੋਰ ਦਾ ਬੜਾ ਆਪੋਜਿਟ ਹੈ ਜਾਂ ਵਿਰੋਧੀ ਹੈ। ਔਰ ਉਹ ਇੱਕ ਜਿਹੜਾ ਹੈ ਪੈਰਾਗ੍ਰਾਫ ਦੇ ਕੇ ਜਿਹੜਾ ਹੈ ਉਹਦੇ ਵਿੱਚ ਲਿਖਦੇ ਆ ਕਿ ਡਾਕਟਰ ਰਵਿੰਦਰਨਾਥ ਟੈਗੋਰ ਦਾ ਹੈਂਡ ਰਿਟਨ ਪੈਰਾਗ੍ਰਾਫ ਹੈ ਜੋ ਬੰਗਾਲੀ 'ਚ ਹੈ ਔਰ ਬੰਗਾਲੀ ਲੈਂਗੁਏਜ ਦਾ ਪੇਪਰ ਹੈ। ਅਤੇ ਉਹਦੇ ਵਿੱਚ ਉਹ ਕਹਿੰਦੇ ਆ ਕਿ ਸਟੂਡੈਂਟ ਨੂੰ ਕੁਐਸਚਨ ਹੈ ਰੀਰਾਈਟ ਇਟ ਬਾਈ ਡੂਇੰਗ ਗ੍ਰਾਮੈਟੀਕਲੀ ਕਰੈਕਟ। ਇਹਦਾ ਮਤਲਬ ਹੈ ਕਿ ਉਹਦੀ ਪੰਕਚੁਏਸ਼ਨ ਠੀਕ ਕਰਕੇ ਲਿਖੋ। that was that sarcasm on ਟੈਗੋਰ ਕੇ ਉਹ ਕਹਿ ਰਹੇ ਆ ਕਿ ਟੈਗੋਰ ਨੂੰ ਬੰਗਾਲੀ ਭਾਸ਼ਾ ਵੀ ਠੀਕ ਨਹੀਂ ਲਿਖਣੀ ਆਉਂਦੀ ਅਤੇ ਇਹਨੂੰ ਜਿਹੜਾ ਨੋਬਲ ਪ੍ਰਾਈਜ਼ ਦਿੱਤਾ ਗਿਆ ਇਹ ਬਹੁਤ ਮਤਲਬ ਲੋ ਰੇਟਡ ਜਿਹੜਾ ਆਥਰ ਹੈ ਉਸ ਨੂੰ ਐਡਾ ਵੱਡਾ ਪ੍ਰਾਈਜ਼ ਬਣਦਾ ਨਹੀਂ ਸੀਗਾ। ਔਰ ਉਸੇ ਦਿਨ ਦੀ ਇਹ ਘਟਨਾ ਹੈ ਕਿ ਜਦੋਂ ਨੋਬਲ ਜਿਹੜਾ ਪ੍ਰਾਈਜ਼ ਕੰਫਰਟ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਦੋਂ ਪੱਤਰਕਾਰ ਪੁੱਛਦੇ ਆ ਕਿ when will be the next Nobel Prize for in literature for India, ਉਹ ਕਹਿੰਦਾ ਕਿ never। ਉਹ ਕਹਿੰਦੇ ਕਿ ਇਹਦਾ ਕਾਰਨ ਦੱਸ ਦਿਓ। ਕਹਿੰਦੇ ਕਾਰਨ ਇਹ ਹੈ ਕਿ ਜਿਹੜੇ ਸਾਡੇ ਲੋਕ ਨੇ ਉਹਨਾਂ ਨੇ ਆਧਾਰ ਦੀ ਭਾਸ਼ਾ, ਮੰਗਵੀ ਭਾਸ਼ਾ ਜਾਂ ਫੋਰਨਰ ਭਾਸ਼ਾ 'ਚ ਸੋਚਣਾ ਸਮਝਣਾ ਸ਼ੁਰੂ ਕਰ ਦਿੱਤਾ ਔਰ ਵਿਦੇਸ਼ੀ ਭਾਸ਼ਾਵਾਂ 'ਚ ਨੋਬਲ ਆਈਡੀਆਜ਼ ਨਹੀਂ ਆਉਂਦੇ। ਨੋਬਲ ਆਈਡੀਆ ਹਮੇਸ਼ਾ ਮਦਰ ਲੈਂਗੁਏਜ 'ਚ ਆਇਆ ਕਰਦੇ ਆ। ਤਾਂ ਉਹ ਕਹਿੰਦੇ ਆ ਕਿ ਹੁਣ ਅਗਲਾ ਨੋਬਲ ਪ੍ਰਾਈਜ਼ ਨਹੀਂ ਮਿਲੇਗਾ। ਉਹ 1913 ਦੀ ਗੱਲ ਸੀ, ਅਸੀਂ 2013 ਪਾਰ ਕਰ ਲਿਆ, ਪਰ ਸਾਡੇ ਕੋਲ ਹੁਣ ਤੱਕ 100 ਸਾਲ ਪੂਰਾ ਹੋ ਗਿਆ ਔਰ ਇਹ ਗੱਲ ਸੱਚ ਹੈ ਕਿ ਸਾਨੂੰ ਦੂਸਰਾ ਨੋਬਲ ਪ੍ਰਾਈਜ਼ ਲਿਟਰੇਚਰ 'ਚ ਨਹੀਂ ਮਿਲਿਆ। ਤਾਂ ਇਹ ਇੱਕ ਬੜਾ ਵੱਡੀ ਕੰਟਰੀਬਿਊਸ਼ਨ ਹੈਗੀ ਹੈ। ਰੂਸੋ ਵੀ ਇਹ ਗੱਲ ਕਹਿੰਦਾ, ਬਹੁਤ ਸਾਰੇ ਸਕਾਲਰਸ ਦਾ ਸੇਮ ਮਸਲਾ ਹੈ ਕਿ ਸਾਨੂੰ ਵਰਨਾਕੂਲਰ ਲੈਂਗੁਏਜ 'ਚ ਪੜ੍ਹਾਉਣਾ ਚਾਹੀਦਾ। ਔਰ ਕਿਉਂਕਿ ਅਸੀਂ ਕ੍ਰੀਏਟੀਵਿਟੀ, ਅਸੀਂ ਇਨੋਵੇਟਿਵ ਆਈਡੀਆਜ਼, ਅਸੀਂ ਜਿਹੜੀ ਹੈ ਇਨੋਵੇਸ਼ਨ ਉਹ ਜਿਹੜੀ ਹੈ ਸਿਰਫ ਅਤੇ ਸਿਰਫ ਮਦਰ ਲੈਂਗੁਏਜ ਪੋਸੀਬਲ ਹੈ। ਅਗਲੀ ਗੱਲ ਹੈ ਕਿ ਰਿਕਮੈਂਡੇਸ਼ਨ ਦੇ ਵਿੱਚ ਉਹ ਕਹਿੰਦੇ ਕੰਪੀਟੀਸ਼ਨ ਬੜਾ ਵੱਡਾ ਪ੍ਰੋਬਲਮ ਬਣਦੀ ਜਾ ਰਹੀ ਹੈ। ਸਭ ਤੋਂ ਵੱਡਾ ਜਿਹੜਾ ਚਾਈਲਡ ਹੈ ਉਹਦੇ ਉੱਪਰ ਸਾਈਕੋਲੋਜੀਕਲ ਬਰਡਨ ਹੈ, ਉਹ ਬਰਡਨ ਹੀ ਕੰਪੀਟੀਸ਼ਨ ਦਾ ਹੈ ਕਿ ਪੇਰੈਂਟਸ ਜਿਹੜੇ ਨੇ ਉਹ ਚਾਹੁੰਦੇ ਆ ਕਿ ਸਾਡਾ ਬੱਚਾ ਮੈਡੀਕਲ ਨੋਨ ਮੈਡੀਕਲ ਹੀ ਕਰੇ ਔਰ ਮੈਡੀਕਲ ਨੋਨ ਮੈਡੀਕਲ ਇੰਸਟੀਟਿਊਟਸ ਰੇਅਰ ਨੇ ਔਰ ਉੱਥੇ ਜਿਹੜਾ ਮੈਰਿਟ ਕੱਟ ਹੈ
ਉਹ ਹੁਣ 101% ਚੰਡੀਗੜ੍ਹ 'ਚ ਲੱਗਣ ਲੱਗ ਗਿਆ। ਪਹਿਲਾਂ ਹੁੰਦਾ ਸੀ ਨਾ 99% ਲੱਗ ਰਿਹਾ ਜੀ, ਔਰ ਬੱਚੇ ਦੇ ਜਿਹਦੇ 99 ਨਹੀਂ ਆ ਉਹਨੂੰ ਤਾਂ ਚੰਡੀਗੜ੍ਹ 'ਚ ਐਡਮਿਸ਼ਨ ਮਿਲੇਗੀ। ਇਸ ਵਾਰ ਮੇਰੇ ਨੀਸ ਦੇ ਜਿਹੜੇ ਆ ਉਹ 101% ਨੰਬਰ ਆਇਆ, ਤਾਂ ਉਹ ਕਹਿੰਦੀ ਹੈ ਕਿ ਮਤਲਬ ਆਈ ਐਮ ਔਨ ਬਾਰਡਰ ਲਾਈਨ, ਮਾਮਾ ਜੀ ਸ਼ਾਇਦ ਹੀ ਮਿਲੇ। ਤਾਂ ਇਹ ਸਮੱਸਿਆ ਹੋ ਗਈ ਹੈ। 101% ਨੰਬਰ, ਮੈਨੂੰ ਸਮਝ ਨਹੀਂ ਆਉਂਦੀ ਵੀ 101% ਕਿਵੇਂ ਆਉਂਦੇ, 102% ਕਿਵੇਂ ਨੰਬਰ ਆਉਂਦੇ ਆ। ਔਰ ਵੇਅਰ ਇਜ਼ ਟੀਚਰ ਜਿਹੜਾ ਵੈਲੂਏਟ ਕਰਦਾ ਹੈ? ਇਹਦਾ ਮਤਲਬ ਕੀ ਹੈ ਕਿ ਬੱਚੇ ਨੂੰ ਟੀਚਰ ਨਾਲੋਂ ਜ਼ਿਆਦਾ ਕਿਵੇਂ ਕਿਵੇਂ ਸਾਡੇ ਸਿਸਟਮ 'ਚ ਸਾਰਾ ਕੁਝ ਪੋਸੀਬਲ ਹੋ ਗਿਆ ਕਿ ਬੱਚਾ ਟੀਚਰ ਨਾਲੋਂ ਜ਼ਿਆਦਾ ਆਉਂਦਾ? ਕਿ ਸੋਚ ਸਕਦੇ ਹੋ ਕਿਤੇ ਆ ਸਕਦਾ ਹੈ? ਇਹਦਾ ਮਤਲਬ ਸਾਡਾ ਟੀਚਰ ਇੰਨਾ ਨਲਾਇਕ ਹੋ ਗਿਆ। ਇੱਕ ਸਮੱਸਿਆ ਹੈ। ਦੂਸਰਾ ਹੈ ਕਿ ਅਸੀਂ ਜਿਹੜਾ ਇਹ ਕੰਪੀਟੀਸ਼ਨ ਹੈ ਉਹਦੇ ਵਿੱਚ ਰੈਕੋਗਨੀਸ਼ਨ ਤੇ ਰਿਵਾਰਡ ਦੀ ਗੱਲ ਹੈ। ਅਨਫੋਰਚੂਨੇਟ ਕੀ ਹੈਗਾ, ਅਸੀਂ ਸਿਰਫ ਕੰਪੀਟੀਸ਼ਨ ਜਿਹੜਾ ਹੈ ਉਹ ਇੰਡੀਵਿਜੂਅਲ ਜਿਹੜੀ ਹੈ ਅਚੀਵਮੈਂਟ ਨੂੰ ਰਿਵਾਰਡ ਕਰਦੇ ਹਾਂ, ਪਰ ਬੱਚਾ ਜਿਹੜਾ ਹੈ ਬੱਚਾ ਫਨ ਤੋਂ ਡਿਪਰਾਈਵ ਕਰ ਦਿੱਤਾ ਗਿਆ। ਤੁਸੀਂ ਉਹ ਆमिर खान ਨੂੰ सुनया है उथे, वो कहता जो दिल को चाहता है, जो दिल को लगे वो करो, जिसमें तुम्हारा पहला प्यार है वो करो। सुनिए 3 इडियट जो गल कहता है, कहता कि आप yes sir हाँ जो शाम ਨੂੰ ड्रिंक करते हैं तो कहते कि तू फोटोग्राफर बनना सीगा, तू इत्थे की करदा हैगा, yes sir है ना। ਤਾਂ ਉਹ ਜਿਹੜੀ ਗੱਲ ਹੈ ਕਿ ਮਤਲਬ ਡਰ ਨਾਲ ਨਾ ਪੜੋ। ਜਿਹੜਾ ਕੰਪੀਟੀਸ਼ਨ ਇਸ ਤਰ੍ਹਾਂ ਦਾ ਹੈ ਜਿਹੜਾ ਸਿਰਫ ਇੰਡੀਵਿਜੂਅਲਿਟੀ ਨੂੰ ਰਿਗਾਰਡ ਕਰਦਾ ਹੈ, ਰਿਵਾਰਡ ਕਰਦਾ ਹੈ, ਉਹ ਡਰ ਪੈਦਾ ਕਰਦਾ ਹੈ, ਉਹ ਸਾਈਕੋਲੋਜੀਕਲ ਫੀਅਰ ਪੈਦਾ ਕਰਦਾ। ਫਿਰ ਉਹ ਕਹਿੰਦਾ ਤੇਰੇ ਕਿੰਨੀਆਂ ਰਿੰਗ ਫਿੰਗਰ ਕਿੰਨੀਆਂ ਪਾਈਆਂ ਹੋਈਆਂ, ਇਹ ਸਾਰੀਆਂ ਡਰ ਵਾਸਤੇ ਨੇ, ਇਹ ਕਦੋਂ ਪਾਈ ਸੀ, ਆ ਕਦੋਂ ਪਾਈ ਸੀ, ਆ ਕਦੋਂ ਪਾਈ ਸੀ, ਬਿਕੋਜ਼ ਆਫ ਫੀਅਰ। ਫਿਰ ਉਹ ਇੱਕ ਗੱਲ ਹੋਰ ਦਿਖਾਉਂਦੇ ਆ ਬਾਹਰੋਂ, ਜੇ ਕਿੱਟ ਰੱਖ ਦਿੰਦੇ ਆ ਤੇ ਕਹਿੰਦੇ ਦੇਖੀ ਹੁਣ ਇੱਥੇ ਸਾਰੇ ਜਿਹੜੇ ਹੈ ਉਹ ਆ ਕੇ ਮੱਥਾ ਟੇਕਣਗੇ, ਬਾਬਾ ਸਾਨੂੰ ਪਾਸ ਕਰਦੀ ਹੈ ਨਾ, ਗਾਂ ਨੂੰ ਕੁਛ ਖਵਾ ਰਿਹਾ ਵਗੈਰਾ ਵਗੈਰਾ। ਤਾਂ ਇਹ ਸਾਰਾ ਫੀਅਰ ਹੈ ਜਿਹੜਾ ਪੈਦਾ। ਅੱਛਾ, ਇੱਕ ਗੱਲ ਜਿਹੜੀ ਹੋਰ ਇਹਦੇ ਵਿੱਚ ਆਉਂਦੀ ਹੈ ਕਿ ਉਹ ਬਾਅਦ ਦੇ ਵਿੱਚ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਫਨ ਐਕਟੀਵਿਟੀਜ਼ ਨੇ, ਜਿਹੜਾ ਬਾਅਦ 'ਚ ਸਕੂਲ ਦਿਖਾਇਆ ਜਾਂਦਾ ਉਹ ਜੋਇਫੁਲ ਸਕੂਲ ਦਿਖਾਇਆ ਜਾਂਦਾ। ਤਾਂ ਬੱਚੇ ਨੂੰ ਅਸੀਂ ਐਕਟੀਵਿਟੀਜ਼ ਇਨਵੋਲਵ ਕਰਨਾ ਹੈ, ਨਾ ਕਿ ਕੰਪੀਟੀਸ਼ਨ 'ਚ। ਤਾਂ ਉਹ ਕਹਿੰਦਾ ਹੈ ਕਿ ਐਕਸਲੈਂਸ की तरफ जाओ, दुनिया जख मार के आपके पीछे आएगी। ਤਾਂ ਉਹ ਕਹਿੰਦੇ ਆ ਕਿ ਸਾਨੂੰ ਇਸ ਤਰ੍ਹਾਂ ਨਾਲ ਜਾਣਾ ਹੈ, ਸਾਨੂੰ ਰੱਟੂ ਬਣ ਕੇ ਟੌਪ ਨਹੀਂ ਕਰਨਾ, ਸਾਨੂੰ ਰਿਵਾਰਡ ਨਹੀਂ ਲੈਣਾ, ਸਾਨੂੰ ਅੰਡਰਸਟੈਂਡਿੰਗ ਲਈ ਜਾਣਾ ਹੈ। ਤਾਂ ਐਕਸਲੈਂਸ ਵੱਲ ਜਾਓ, ਅੰਡਰਸਟੈਂਡਿੰਗ ਤੋਂ ਅਗਲੀ ਗੱਲ ਜਿਹੜੀ ਹੈ, ਤਾਂ ਹੀ ਤੁਸੀਂ ਜਿਹੜਾ ਹੈ ਅੱਛਾ ਕਰ ਸਕਦੇ ਹੋ। ਤਾਂ ਬੱਚੇ ਕੋਲ ਐਕਸਲੈਂਸ ਕੋਈ ਨਹੀਂ ਹੈ, ਬੱਚੇ ਕੋਲ ਅੰਡਰਸਟੈਂਡਿੰਗ ਕੋਈ ਨਹੀਂ ਹੈ। ਟੌਪਰ ਆਉਂਦਾ ਕਈ ਵਾਰ ਤਾਂ 99% ਵਾਲਾ ਵੀ ਆਉਂਦਾ, 98% ਵਾਲਾ ਵੀ ਆਉਂਦਾ, ਤਾਂ ਉਹਨੂੰ ਬੇਸਿਕ ਕੁਐਸਚਨ ਪੁੱਛੀਦਾ, ਵਾਟ ਇਜ਼ ਇਕਨੋਮਿਕਸ, ਦ ਪਰਸਨ ਇਜ਼ ਨਾਟ ਏਬਲ ਟੂ ਰਿਸਪੌਂਡ। ਗੋਲਡ ਮੈਡਲਿਸਟਾਂ ਨਾਲ ਤਾਂ ਮੈਂ ਬਹੁਤ ਵਿਚਰਿਆ, ਤਾਂ ਉਹਨਾਂ ਨੂੰ ਕਈ ਵਾਰ ਬੇਸਿਕ ਕਨਸੈਪਟ ਦੱਸੀਦੇ ਹੈ, ਪੁੱਛੀਦੇ ਆ, ਤਾਂ ਦੇ ਆਰ ਡਮ ਕਿ ਉਹਨਾਂ ਨੂੰ ਐਕਸਪਲੇਨ ਕਰਨਾ ਕੁਝ ਨਹੀਂ ਆਉਂਦਾ। ਡਾਕਟਰ ਨੀਰਜ ਬੈਠੇ ਹੱਸੀ ਜਾਂਦੇ ਉਹ ਆਪ ਗੋਲਡ ਮੈਡਲਿਸਟ ਨੇ ਸੁਣ ਕੇ। ਤਾਂ ਨਹੀਂ, ਡਾਕਟਰ ਨੀਰਜ ਤਾਂ ਬੜੇ ਇੰਟੈਲੀਜੈਂਟ ਲੋਕ ਨੇ, ਕਈ ਐਕਸੈਪਸ਼ਨ ਵੀ ਹੁੰਦੇ ਆਲਵੇਜ਼ ਐਕਸੈਪਸ਼ਨਸ ਆਉਂਦੇ ਆ, ਪਰ ਵੈਸੇ ਜਨਰਲੀ ਮੈਂ ਦੇਖਿਆ ਹੈ ਕਿ ਮਤਲਬ ਸਾਡੇ ਕੋਲ ਉਹ ਗ੍ਰਿਫਟ ਨਹੀਂ ਹੈ, ਉਹ ਡੈਪਥ ਨਹੀਂ ਹੈ ਜਿਹੜੀ ਹੋਣੀ ਚਾਹੀਦੀ ਹੈ ਇੱਕ ਜਿਹੜਾ ਕਲੇਮ ਕਰਦੇ ਆ ਗੋਲਡ ਮੈਡਲਿਸਟ। ਉਹਦਾ ਕਾਰਨ ਹੈ ਕਿ ਅਸੀਂ ਰੱਟਾਫਿਕੇਸ਼ਨ ਦੇ ਨੂੰ ਰਿਵਾਰਡ ਕਰਦੇ ਹਾਂ, ਅਸੀਂ ਅੰਡਰਸਟੈਂਡਿੰਗ ਤੇ ਐਕਸਲੈਂਸ ਨੂੰ ਰਿਵਾਰਡ ਨਹੀਂ ਕਰਦੇ। ਤਾਂ ਕੰਪੀਟੀਸ਼ਨ ਸਾਡਾ ਕੱਟ ਥਰੋਟ ਹੈ। ਅਗਲਾ ਹੈ ਕਿ ਗਰੁੱਪ ਐਕਟੀਵਿਟੀ ਖਤਮ ਕਰ ਦਿੱਤੀਆਂ ਗਈਆਂ, ਔਰ ਗਰੁੱਪ ਅਚੀਵਮੈਂਟਸ ਦੀ ਗੱਲ ਵੀ ਨਹੀਂ ਹੋ ਰਹੀ। ਅਸੀਂ ਕੋਈ ਟੀਮ ਵਰਕ ਨਹੀਂ ਦੇ ਰਹੇ, ਅਸੀਂ ਕੋਈ ਟਾਸਕ ਅਸਾਈਨ ਨਹੀਂ ਕਰ ਰਹੇ, ਅਸੀਂ ਸਿਰਫ ਬੱਚੇ ਨੂੰ ਪਰਸਨਲ ਪ੍ਰੋਬਲਮ ਦੇ ਰਹੇ ਹਾਂ, ਇੱਕ ਕਿਤਾਬ ਦੇ ਰਹੇ ਹਾਂ, ਟੈਕਸਟ ਬੁੱਕ, ਉਹਨੂੰ ਜੇ ਰੱਟਾ ਲਾ ਕੇ ਸਾਰਾ 1 to 1 ਪੇਜ ਟੂ ਪੇਜ ਲਾਈਨ ਟੂ ਲਾਈਨ ਉਹਨੇ ਰੱਟਾ ਲਗਾ ਲਿਆ, ਤਾਂ ਦੈਟ ਪਰਸਨ ਵਿਲ ਬੀ ਦੈਟ ਗੋਲਡ ਮੈਡਲਿਸਟ, ਉਹਨੂੰ ਅਸੀਂ ਅਵਾਰਡ ਕਰ ਦਿਆਂਗੇ, ਗੋਲਡ ਮੈਡਲ ਹੈ। ਇਸ ਤਰ੍ਹਾਂ ਦੀ ਕੋਆਪਰੇਟ ਜਿਹੜੀ ਹੈ ਇਹ ਬੜੀ ਪ੍ਰੋਬਲਮੈਟਿਕ ਸਿਚੁਏਸ਼ਨ 'ਚ ਬੱਚੇ ਨੂੰ ਲੈ ਗਏ ਆ। ਬੱਚਾ ਐਲੀਨੇਟ ਕਰ ਦਿੱਤਾ ਗਿਆ। ਬੱਚੇ ਦਾ ਨੇਚਰ ਗਰੁੱਪ 'ਚ ਕੰਮ ਕਰਨ ਦਾ ਸੀ, ਬੱਚੇ ਨੇ ਪਲੇ ਵਿੱਚ ਸਿੱਖਣਾ ਸੀ, ਬੱਚੇ ਨੂੰ ਮੇਟਸ ਚਾਹੀਦੇ ਆ, ਕੋਮੇਟਸ ਚਾਹੀਦੇ ਆ, ਉਸ ਨੂੰ ਕੋਆਪਰੇਟਿਵ ਲਰਨਿੰਗ 'ਚ ਲੈ ਕੇ ਜਾਣਾ ਸੀ, ਜਿਹੜਾ ਕਿ ਹੁਣ ਯੂਰਪ ਨੇ ਜਿਸ ਨੂੰ ਅਡਾਪਟ ਕਰਨਾ ਸ਼ੁਰੂ ਕੀਤਾ। ਅਸੀਂ ਇਕਨੋਮਿਕਸ ਦੇ ਪਿੱਛੇ ਕੋਆਪਰੇਟਿਵ ਮੈਥਡ ਕਰ ਰਹੇ ਸੀ, ਤਾਂ ਉਹਦੇ 'ਚ ਅਸੀਂ ਇਹ ਸਾਰੀਆਂ ਗੱਲਾਂ ਕਰ ਰਹੇ ਸੀ। ਤਾਂ ਅਸੀਂ ਇੰਡੀਵਿਜੂਅਲ ਲਰਨਿੰਗ ਨਾਲੋਂ ਕੋਆਪਰੇਟਿਵ ਲਰਨਿੰਗ ਵੱਲ ਜਾਈਏ ਤਾਂ ਕਿ ਬੱਚਾ ਇੰਜੋਏ ਕਰ ਸਕੇ, ਬੱਚਾ ਐਕਟੀਵਿਟੀ 'ਚ ਆਵੇ। ਤਾਂ ਇਹ ਇੱਕ ਵੱਡੀ ਪ੍ਰੋਬਲਮ ਇੱਥੇ ਹੈਗੀ ਆ। ਅਗਲੀ ਰਿਕਮੈਂਡੇਸ਼ਨ ਜਿਹੜੀ ਉਹ ਕਹਿੰਦੇ ਆ ਕਰਿਕੂਲਮ ਫਰੇਮਿੰਗ ਐਂਡ ਪ੍ਰੈਪਰੇਸ਼ਨ ਆਫ ਟੈਕਸਟ ਬੁੱਕਸ ਦੀ ਗੱਲ ਹੈ। ਆ ਕਹਿੰਦੇ ਆ ਕਿ ਕਰਿਕੂਲਮ ਸੈਂਟਰਲਾਈਜ਼ ਕਰ ਦਿੱਤਾ ਗਿਆ। ਸੈਂਟਰਲਾਈਜ਼ ਕਰਨ ਦਾ ਮਤਲਬ ਹੈ ਕਿ ਨੈਸ਼ਨਲ ਲੈਵਲ ਤੇ ਨੈਸ਼ਨਲ ਕਰਿਕੂਲਮ ਫਰੇਮਵਰਕ ਅਸੀਂ ਦੇ ਦਿੰਦੇ ਆ, ਉਸ ਕਰਿਕੂਲਮ ਫਰੇਮਵਰਕ ਦੇ ਨੂੰ ਆਈਡੀਆ ਲੈ ਕੇ ਉਹੋ ਜਿਹਾ ਹੀ ਸਾਰੇ ਜਣੇ ਜਿਹੜੇ ਹੈ ਬਣਾ ਦਿੰਦੇ ਆ। ਇਹ ਔਰ ਕੌਣ ਬਣਾ ਰਿਹਾ ਕਰਿਕੂਲਮ? IAS। ਉਹ ਟੀਚਰ ਨੂੰ ਦੱਸ ਰਿਹਾ ਵੀ ਤੁਸੀਂ ਕਿਵੇਂ ਪੜ੍ਹਾਓਗੇ, ਉਹ ਸਕੂਲ ਦੇ ਪ੍ਰਿੰਸੀਪਲ ਨੂੰ ਦੱਸ ਰਿਹਾ ਤੁਸੀਂ ਸਕੂਲ ਕਿਵੇਂ ਚਲਾਓਗੇ। ਐਂਡ ਦੈਟ ਪਰਸਨ ਡੋਂਟ ਹੈਵ ਐਨੀ ਬੈਕਗਰਾਉਂਡ ਫਰੋਮ ਐਜੂਕੇਸ਼ਨ ਐਂਡ ਪੈਡਾਗੋਜੀ। ਪੈਡਾਗੋਜੀ ਦੇ ਵਿੱਚ ਉਸਨੇ ਕਦੇ B.Ed ਨਹੀਂ ਕੀਤੀ, ਉਸਨੇ M.Ed ਨਹੀਂ ਕੀਤੀ, ਉਸਨੇ ਨੈਟ ਕਲੀਅਰ ਨਹੀਂ ਕੀਤਾ,
how that person is that efficient, ਉਹ ਕਿਵੇਂ ਗਾਈਡ ਕਰ ਸਕਦਾ ਹੈ। ਤਾਂ ਸਾਡੇ ਇੱਥੇ ਸਮੱਸਿਆ ਇਹ ਹੋ ਗਈ ਹੈ ਕਿ ਸਾਡਾ ਜਿਹੜਾ ਸਾਡੀਆਂ ਸਰ ਇਹ ਵੀ ਤਾਂ ਥਿਓਰੈਟੀਕਲ ਨੌਲੇਜ ਹੀ ਹੈ ਜਿਹੜਾ ਆਪਾਂ ਬੀਐਡ ਚ ਕਰ ਰਹੇ ਹਾਂ। ਅਗਰ ਕਿਸੇ ਨੇ ਵਧੀਆ ਪੜ੍ਹਾਉਣਾ ਤੇ ਉਹਨੂੰ ਆ ਥਿਓਰੈਟੀਕਲ ਨੌਲੇਜ ਦੀ ਜ਼ਰੂਰਤ ਨਹੀਂ ਹੈ, ਉਹ ਇਹਦੇ ਇਲਾਵਾ ਵੀ ਵਧੀਆ ਪੜ੍ਹਾ ਸਕਦਾ ਹੈ। ਬਟ ਜੇ ਬੀਐਡ ਕਈ ਸਾਰੇ ਇੰਨੇ ਸਾਰੇ ਕਰਦੇ ਆ ਫਿਰ ਵੀ ਵਧੀਆ ਨਹੀਂ ਪੜ੍ਹਾ ਪਾਉਂਦੇ, ਸੋ ਇੱਕ ਪੈਰਾਮੀਟਰ ਤੁਹਾਨੂੰ ਨਹੀਂ ਲੱਗਦਾ ਕਿ ਇਹ ਨਹੀਂ ਹੋਣਾ ਚਾਹੀਦਾ? ਨਹੀਂ, ਦੇਖੋ ਜਿਹੜੀ ਗੱਲ ਅਸੀਂ ਜਿਹੜੀ ਗੱਲ ਕਰਦੇ ਹਾਂ, ਜਿਵੇਂ ਹੁਣ ਸਾਡਾ ਆਮ ਤੌਰ ਤੇ ਕਨਫਲਿਕਟ ਜਿਹੜਾ ਹੈ ਐਸਟੈਬਲਿਸ਼ਡ ਜਿਹੜੇ ਟੀਚਰ ਨੇ ਜਾਂ ਤੁਹਾਡੇ ਸੀਨੀਅਰਸ ਨੇ ਉਹਨਾਂ ਨਾਲ ਇਹੀ ਹੈ ਕਿ ਅਸੀਂ ਸਕਿੱਲ ਤੇ ਕੰਮ ਕਰੀਏ। ਅਸੀਂ ਬੱਚੇ ਨੂੰ ਕੀ ਸਿਖਾ ਰਹੇ ਹਾਂ? ਬੱਚੇ ਨੂੰ ਥਿਊਰੀ ਸਿਖਾ ਰਹੇ ਹਾਂ, ਥਿਊਰੀ ਟਰਾਂਸਮਿਟ ਹੋ ਰਹੀ ਹੈ, ਥਿਊਰੀ ਬੋਲੀ ਜਾ ਰਹੇ ਹਾਂ। ਅਸੀਂ ਬੱਚੇ ਨੂੰ ਨਹੀਂ ਸਿਖਾ ਰਹੇ, ਜਿਵੇਂ ਮੈਂ ਕਹਿੰਦਾ ਕਿ ਜਿੰਨੀਆਂ ਕਲਾਸਰੂਮ ਮੈਨੇਜਮੈਂਟ ਸਕਿੱਲਸ ਨੇ ਜਾਂ ਜਿਹੜਾ ਆਨਲਾਈਨ ਲਰਨਿੰਗ ਹੈ, ਲਰਨਿੰਗ ਮੈਨੇਜਮੈਂਟ ਸਿਸਟਮ ਹੈ, ਗੂਗਲ ਕਲਾਸਰੂਮ ਆਪਰੇਟ ਕਰਨਾ ਹੈ, ਜਾਂ ਤੁਸੀਂ ਅਗਲੀਆਂ ਟੈਕਨੀਕਸ ਤੇ ਕੰਮ ਕਰਨਾ, ਕੰਟੈਂਟ ਜਨਰੇਸ਼ਨ ਦੀ ਗੱਲ ਹੋਣੀ ਹੈ, ਜਾਂ ਤੁਸੀਂ ਹੋਰ ਜਿਹੜੀਆਂ ਨਵੀਆਂ ਜਿਹੜੇ ਨਵੇਂ ਮੈਥਡਸ ਨੇ ਉਹਨਾਂ ਨੂੰ ਪ੍ਰੈਕਟੀਕਲੀ ਕਰਨਾ ਕਿਉਂ ਨਹੀਂ ਸਿਖਾ ਰਹੇ? ਤੁਸੀਂ ਬੱਚੇ ਨੂੰ ਪੇਪਰ ਸੈਟਿੰਗ ਕਿਉਂ ਨਹੀਂ ਸਿਖਾ ਰਹੇ? ਤੁਸੀਂ ਬੱਚੇ ਨੂੰ ਕਰਿਕੂਲਮ ਫਰੇਮ ਕਰਨ ਦੀਆਂ ਜਿਹੜੀਆਂ ਬੇਸਿਕ ਪ੍ਰਿੰਸੀਪਲਸ ਨੇ ਉਹਨਾਂ ਨੂੰ ਐਗਜ਼ੀਕਿਊਟ ਕਰਕੇ ਕਿਉਂ ਨਹੀਂ ਸਿਖਾ ਰਹੇ? ਤਾਂ ਇਹ ਪ੍ਰੋਬਲਮ ਤਾਂ ਸਾਡੀ ਹੈ, ਪਰ ਫਿਰ ਵੀ ਅਸੀਂ ਕਹਿੰਦੇ ਹਾਂ ਥਿਊਰੀ ਜਿਸਨੇ ਪੜ੍ਹੀ ਹੈ, ਜਿਸਨੇ ਬੀਐਡ ਕੀਤੀ ਹੈ, ਉਸਨੇ ਚਾਈਲਡ ਸਾਈਕੋਲੋਜੀ ਤਾਂ ਪੜ੍ਹੀ ਹੈ ਨਾ, ਉਸ ਨੂੰ ਬੱਚੇ ਨੂੰ ਕਿਵੇਂ ਪੜ੍ਹਾਇਆ ਜਾ ਸਕਦਾ? ਆਲ ਦਾ ਚਿਲਡਰਨ ਆਰ ਨਾਟ ਅਲਾਈਕ। ਕੋਈ ਮੋਨੋਟੋਨਿਕ ਬਾਹਰੋਂ ਤੁਹਾਨੂੰ ਫਰੇਮ ਕਰਕੇ ਕੋਈ ਮੈਥਡ ਥੋੜਾ ਦੇ ਸਕਦਾ ਕਿ ਇਸ ਤਰ੍ਹਾਂ ਕਲਾਸਰੂਮ 'ਚ ਪੜ੍ਹਾਓ। ਤੁਸੀਂ ਕਲਾਸਰੂਮ 'ਚ ਪੜ੍ਹਾਉਣਗੇ, ਤੁਹਾਡਾ ਜਿਹੜਾ ਬੱਚਾ ਹੈਗਾ ਉਹਦੀ ਸਮੱਸਿਆ, ਉਹਦੀ ਕੋਈ ਇਕਨੋਮਿਕ ਪ੍ਰੋਬਲਮ ਹੈ, ਉਹਦੀ ਕੋਈ ਪਰਸਨਲ ਪ੍ਰੋਬਲਮ ਹੈ, ਉਹਦੀ ਕੋਈ ਪੀਅਰ ਕਨਫਲਿਕਟ ਚੱਲ ਰਿਹਾ, ਉੱਥੇ ਅਸੀਂ ਪਹਿਲਾਂ ਸਾਈਕੋਲੋਜੀ ਹੈਂਡਲ ਕਰੀਏ ਕਿ ਪਹਿਲਾਂ ਮੈਥਡ ਹੈਂਡਲ ਕਰੀਏ ਜਿਹੜਾ ਸਾਨੂੰ ਬਾਹਰੋਂ ਇੱਕ ਆਈਏਐਸ ਨੇ ਦੇ ਦਿੱਤਾ? ਤੇ ਟੀਚਰ ਦੀ ਅਲੱਗ ਸਿਨੈਰੀਓ ਹੈ। ਟੀਚਰ ਜਦੋਂ ਡੀਲ ਕਰਦਾ, ਅਸੀਂ ਕਿਸੇ ਗੈਜਟ ਨਾਲ ਡੀਲ ਨਹੀਂ ਕਰ ਰਹੇ, ਵੀ ਆਰ ਡੀਲਿੰਗ ਵਿਦ ਦ ਲਿਵਿੰਗ ਹਿਊਮਨ ਸਾਈਕੋਲੋਜੀ। ਤਾਂ ਹਿਊਮਨ ਸਾਈਕੋਲੋਜੀ ਦਾ ਮਸਲਾ ਇਹ ਹੈ ਕਿ ਪਹਿਲਾਂ ਟੀਚਰ ਦਾ ਹੀ ਲਾ ਲਓ, ਘਰੋਂ ਮੈਡਮ ਨੂੰ ਕਿਹਾ ਅੱਜ ਵੀ ਆਲੂ ਵਾਲੇ ਪਰੌਂਠੇ ਬਣਾ ਦੀ, ਉਹਨੇ ਅਚਾਰ ਨਾਲ ਰੋਟੀ ਦੇਤੀ, ਤਾਂ ਉਹ ਘਰੋਂ ਕਿਸ ਮੂਡ 'ਚ ਆਇਆ, ਉਹ ਕਲਾਸ 'ਚ ਕਿਵੇਂ ਟਰਾਂਸਮਿਟ ਹੋਏਗਾ, ਉਹ ਐਂਗਰ ਕਿਵੇਂ ਟਰਾਂਸਮਿਟ ਹੋਏਗਾ, ਵੀ ਕਾਂਟ ਇਮੈਜਿਨ। ਅਗਲੀ ਗੱਲ ਹੈ ਕਿ ਬੱਚਾ ਘਰੋਂ ਕਿਸ ਮੂਡ 'ਚ ਆਇਆ ਹੈ। ਰੋਟੀ ਖਾ ਕੇ ਆਇਆ ਕਿ ਅੱਜ ਰੋਟੀ ਘਰ ਨਹੀਂ ਬਣੀ, ਅੱਜ ਘਰ 'ਚ ਆਟਾ ਨਹੀਂ ਸੀਗਾ। ਬੱਚਾ ਅੱਜ ਲੇਟ ਇਸ ਕਰਕੇ ਹੋ ਗਿਆ ਕਿਉਂਕਿ ਜਿਹੜਾ ਹੈ ਲੇਟ ਇਸ ਕਰਕੇ ਹੋ ਗਿਆ ਕਿ ਪਹਿਲਾਂ ਉਸਨੇ ਸਵੇਰੇ ਨਿਊਜ਼ਪੇਪਰ ਡਿਸਟ੍ਰੀਬਿਊਟ ਕਰਨੇ, ਉਸ ਤੋਂ ਬਾਅਦ ਸਕੂਲ ਲਈ ਤਿਆਰ ਹੋਣਾ। ਤਾਂ ਤੁਸੀਂ ਕਿਸ ਤਰ੍ਹਾਂ ਦੇ ਸਿਨਾਰੀਓ 'ਚ ਪੜ੍ਹਾ ਰਹੇ ਹੋ, ਇਹ ਕੋਈ ਬਾਹਰੋਂ ਸਾਨੂੰ ਕਿਵੇਂ ਦੱਸ ਸਕਦਾ ਹੈ? ਤਾਂ ਟੀਚਰ ਜਿਹੜਾ ਹੈ ਉਸਨੂੰ ਇਨਵੋਲਵ ਨਹੀਂ ਕੀਤਾ ਜਾ ਰਿਹਾ। ਇਹ ਬਹੁਤ ਪ੍ਰੋਬਲਮੈਟਿਕ ਸਿਚੁਏਸ਼ਨ ਬਣਦੀ ਜਾ ਰਹੀ ਹੈ। ਤਾਂ ਜੇਕਰ ਅਸੀਂ ਅੱਛਾ ਕਰਿਕੂਲਮ ਡਿਜ਼ਾਈਨ ਕਰਨਾ, ਟੀਚਰ ਨੂੰ ਨਾਲ ਲੈ ਕੇ ਚੱਲਣਾ ਪਏਗਾ, ਟੀਚਰ ਦੀ ਸਮੱਸਿਆ ਨੂੰ ਸਮਝਣਾ ਪਏਗਾ, ਟੀਚਰ ਜਿਹੜਾ ਕੰਟੈਂਟ ਹੈ ਉਹ ਕਿਵੇਂ ਲਾਈਫ ਨਾਲ ਕੋਰਿਲੇਟ ਕਰਨਾ ਉਹ ਟੀਚਰ ਬੈਟਰ ਜਾਣਦਾ, ਅਸੀਂ ਉਸ ਨੂੰ ਦੇਖਣਾ ਹੈ। ਤਾਂ ਇਹੀ ਗੱਲ ਇੱਥੇ ਹੋ ਰਹੀ ਹੈ ਕਿ ਕਰਿਕੂਲਮ ਨੈਸ਼ਨਲ ਲੈਵਲ ਤੇ ਨਹੀਂ ਬਣਨੇ ਚਾਹੀਦੇ। ਕਰਿਕੂਲਮ ਜਿਹੜਾ ਹੈ ਉਹਦੇ ਵਿੱਚ ਟੀਚਰ ਨੂੰ ਇਨਵੋਲਵ ਕਰਨਾ ਚਾਹੀਦਾ। ਟੀਚਰ ਰੀਅਲੀ ਦੱਸ ਸਕਦਾ ਕਿ ਗਰਾਊਂਡ ਰਿਐਲਿਟੀਜ਼ ਕੀ ਨੇ, ਸਾਡੀਆਂ ਕਲਾਸਰੂਮ ਦੀਆਂ ਸਮੱਸਿਆਵਾਂ ਕੀ ਨੇ, ਸਾਡੀ ਪ੍ਰੋਬਲਮ ਕਿੱਥੇ ਖੜੀ ਹੈ, ਠੀਕ ਹੈ। ਔਰ ਇਹ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਹੈ। ਹੁਣ ਅਗਲੀ ਗੱਲ ਉਹ ਕਹਿੰਦੇ ਆ ਕਿ ਕੁਝ NGOs ਜਿਹੜੀਆਂ ਨੇ ਵਲੰਟਰਲੀ ਆਰਗੇਨਾਈਜੇਸ਼ਨ ਨੇ ਵਿਦ ਸਪੈਸੀਫਿਕ ਕਮਿਟਮੈਂਟ ਟੂ ਪੈਡਾਗੋਜੀਕਲ ਇਨੋਵੇਸ਼ਨ within the formal and non-formal system provided greater freedom and support to develop the curriculum। ਟੈਕਸਟ ਬੁੱਕ ਉਹ ਬਣਾਉਣ ਲੱਗ ਗਏ, ਜਿਹੜੇ ਜਿਵੇਂ ਕਹਿ ਦਿੱਤਾ ਕਿ NGO ਬਣਾ ਲਈ ਟਾਟਾ ਵਾਲਿਆਂ ਨੇ, ਐਜੂਟੈਕ, ਉਹਨਾਂ ਨੇ ਫਿਰ ਸਮਾਰਟ ਕਲਾਸਰੂਮ ਦਾ ਕੰਟੈਂਟ ਵੀ ਬਣਾ ਲਿਆ। ਔਰ ਸਾਨੂੰ ਕੋਈ ਮੈਕੈਨਿਜ਼ਮ ਡਿਵੈਲਪ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਜਿਹੜਾ ਐਕਸਪੀਰੀਅੰਸ ਹੋਲਡਰ ਲੋਕ ਨੇ ਉਹਨਾਂ ਨੂੰ ਵੀ ਉਹਦੇ ਵਿੱਚ ਇਨਵੋਲਵ ਕਰਨਾ ਚਾਹੀਦਾ। ਕੋਈ NGO, ਕੋਈ ਪ੍ਰਾਈਵੇਟ ਐਂਟਾਈਟੀ ਜਿਹੜੀ ਬਿਜ਼ਨਸ ਮਾਈਂਡ ਨਾਲ ਬਣਾ ਰਹੀ ਹੈ ਉਹ ਕਿਵੇਂ ਅੱਛਾ ਕਰਿਕੂਲਮ ਬਣਾ ਸਕਦੀ ਹੈ? ਕਿਉਂਕਿ ਉਹਦੇ ਆਪਣੀਆਂ ਮੋਟਿਵਸ ਨੇ, ਟੀਚਰ ਦਾ ਆਪਣਾ ਮੋਟਿਵ ਹੈ। ਜਿਹੜਾ ਟੀਚਰ ਐਡੂਕੇਸ਼ਨ ਚਾਹੁੰਦਾ ਉਹ ਇੱਕ ਮਿਸ਼ਨਰੀ ਜੀਲ ਨਾਲ ਆਉਂਦਾ, ਉਹ ਇੱਥੇ ਪ੍ਰੋਫਿਟ ਮੇਕਿੰਗ ਵਾਸਤੇ ਨਹੀਂ ਆਇਆ। ਜੇ ਉਹਨੇ ਪ੍ਰੋਫਿਟ ਮੇਕਿੰਗ ਵਾਸਤੇ ਜਾਣਾ, IAS ਬਣ ਜਾਵੇ ਜਾਂ ਉਹ ਕੋਈ ਮਿਨਿਸਟਰ ਬਣ ਜਾਵੇ, ਕਰਪਸ਼ਨ ਕਰ ਲਵੇ, ਜਾਂ ਫਿਰ ਉਹ ਬਿਜ਼ਨਸਮੈਨ ਬਣ ਜਾਵੇ, ਉੱਥੋਂ 2 ਨੰਬਰ ਦੇ ਪੈਸਾ ਕਮਾ ਲਵੇ। ਜਿਹੜਾ ਇਸ ਫੀਲਡ 'ਚ ਆਇਆ ਹੈ ਉਹ ਬੜੇ ਪਾਇਸ ਵਿਸ਼ ਨਾਲ ਆਉਂਦਾ। ਔਰ ਅਸੀਂ ਇੱਥੇ ਕਲਚਰ ਜਿਹੜਾ ਹੈ, ਹੁਣ ਅੱਗੇ ਕਹਿੰਦੇ ਚੇਂਜ ਕਰਨ ਦੀ ਲੋੜ ਹੈ ਬੁੱਕ ਲਿਖਣ ਦੀ। ਸਾਡੇ ਇੱਥੇ ਕਲਚਰ ਬਣਾ ਦਿੱਤਾ ਗਿਆ ਟੈਕਸਟ ਬੁੱਕ ਦਾ, ਇਸ ਨੂੰ ਚੇਂਜ ਕਰਨ ਦੀ ਲੋੜ ਹੈ ਕਿਉਂਕਿ ਟੈਕਸਟ ਬੁੱਕ ਜਿਹੜੀ ਹੈ ਕੌਣ ਲਿਖ ਰਿਹਾ? ਤੁਸੀਂ ਦੇਖੋ, ਟੈਕਸਟ ਬੁੱਕ ਕੋਈ ਵੀ ਲਿਖ ਰਿਹਾ। ਇਕਨੋਮਿਕਸ ਦੀ ਸਾਡੀ ਸਮੱਸਿਆ ਕੀ ਹੋ ਰਹੀ ਹੈ? ਮੈਂ ਪਿਛਲੇ 2-3 ਸਾਲਾਂ ਤੋਂ ਕਿਤਾਬ ਲਿਖਣ ਦੀ ਕੋਸ਼ਿਸ਼ ਕਰ ਰਿਹਾ। ਇੱਕ ਚੈਪਟਰ ਜਿਹੜਾ ਤੁਹਾਨੂੰ ਇਕਨੋਮਿਕਸ ਵਾਲਿਆਂ ਨੂੰ ਮੈਂ ਕੱਲ ਪਰਸੋਂ ਪਾਇਆ, ਉਹਨੂੰ ਮੈਨੂੰ 1 ਮਹੀਨਾ ਲੱਗ ਗਿਆ ਇੱਕ ਚੈਪਟਰ ਨੂੰ ਲਿਖਦਿਆਂ, ਹੈ। ਔਰ ਕੋਈ ਪਰਸਨ ਹੈ, ਕੋਈ ਕਮਰਸ ਦਾ ਹੈ, ਇਕਨੋਮਿਕਸ ਦੀ ਕਿਤਾਬ ਲਿਖ ਰਿਹਾ ਹੈ ਕਿਉਂਕਿ ਉਹਦੇ 'ਚ ਇੱਕ ਤਾਂ ਪੈਸਾ ਹੈ, ਦੂਸਰੀ ਗੱਲ ਹੈ ਕਿ ਹਰ ਪਰਸਨ ਆਪਣੇ ਨੰਬਰ ਜਿਹੜਾ ਐਕੈਡਮਿਕ ਪਰਫਾਰਮੈਂਸ ਵਾਸਤੇ ਨੰਬਰ ਬਣਾਉਣਾ ਚਾਹੁੰਦਾ, ਉਹਦੇ 'ਚੋਂ ਪ੍ਰਮੋਸ਼ਨ ਮਿਲਦੀ ਹੈ।
ਤਾਂ ਇਸ ਨੂੰ ਮੈਂਡੇਟਰੀ ਕਰ ਦਿੱਤਾ ਗਿਆ, ਪ੍ਰੋਮੋਸ਼ਨ ਨਾਲ ਇਸ ਨੂੰ ਬਾਉਂਡ ਕਰ ਦਿੱਤਾ ਗਿਆ। ਸਾਨੂੰ ਕਲਚਰ ਦੇ ਵਿੱਚ ਕਰਨਾ ਕੀ ਚਾਹੀਦਾ ਹੈ, ਜਿੰਨੇ ਸੀਨੀਅਰਸ ਨੇ, ਜਿਹੜਾ ਸਾਡੇ ਕਾਲਜ ਦਾ ਹੀ ਲਗਾ ਲਓ, ਸਾਡੇ ਸੀਨੀਅਰ ਨੇ ਕੋਈ ਕਿਤਾਬ ਨਹੀਂ ਲਿਖੀ, ਜਦੋਂ ਕਿ ਸੀਨੀਅਰ ਕੋਲ ਜਿਹੜਾ 32 ਈਅਰ ਕਲਾਸਰੂਮ ਫੇਸ ਕਰਕੇ ਹਟਿਆ, ਉਹਦੇ ਕੋਲ ਵਾਸਟ ਐਕਸਪੀਰੀਅੰਸ ਹੈ, ਉਹਦੇ ਕੋਲ ਜ਼ਿਆਦਾ ਆਈਡੀਆਜ਼ ਨੇ, ਉਹਦੇ ਕੋਲ ਰਿਐਲਿਟੀ ਹੈ, ਔਰ ਉਹਦੇ ਕੋਲ ਗ੍ਰਾਸ ਰੂਟ ਜਿਹੜਾ ਹੈ ਐਕਸਪੀਰੀਅੰਸ ਹੈ ਕਿ ਪ੍ਰੋਬਲਮ ਕੀ ਹੈ ਔਰ ਬੱਚੇ ਦੇ ਤੱਕ ਪਹੁੰਚਿਆ ਕਿਵੇਂ ਜਾ ਸਕਦਾ ਹੈ। ਤਾਂ ਸਾਨੂੰ ਉਹ ਗੱਲ ਹੈ ਕਿ ਸਾਨੂੰ ਕਲਚਰ ਜਿਹੜਾ ਹੈ ਇਸ ਨੂੰ ਇਨਵੋਲਵ ਕਰਨਾ ਪਏਗਾ, ਜਿਹੜਾ ਹੈ ਵੱਧ ਤੋਂ ਵੱਧ ਲੋਕਾਂ ਨੂੰ ਇਨਵੋਲਵ ਕਰਨ ਦੀ ਗੱਲ ਹੈ। ਫਿਰ ਅਗਲੀ ਕਹਿੰਦੇ ਆ ਸਾਇੰਟਿਸਟ ਐਂਡ ਐਕਸਪਰਟਸ ਲੈ ਕੇ ਆਉਣੇ ਪੈਣਗੇ ਵੇਰੀਅਸ ਡਿਸਪਲਿਨ ਦੇ। ਸਾਨੂੰ ਬੁੱਕ ਰਾਈਟਿੰਗ ਨੂੰ ਮੈਕੈਨੀਕਲ ਨਹੀਂ ਬਣਾ ਦੇਣਾ ਚਾਹੀਦਾ। ਇੱਥੇ ਸਾਡੇ ਕੋਲ ਕੀ ਹੋ ਗਿਆ, ਬੁੱਕ ਰਾਈਟਿੰਗ ਜਿਹੜੀ ਹੈ ਉਹ ਹੁਣ ਇੱਕ ਮਤਲਬ ਬਿਜ਼ਨਸ ਬਣੀ ਹੈ, ਔਰ ਲੋਕੀ ਇਸ ਨੂੰ ਕਿਵੇਂ ਬਣਾ ਰਹੇ ਆ, ਇਹ ਪ੍ਰੋਡਕਸ਼ਨ ਇੱਕ ਤਰ੍ਹਾਂ ਨਾਲ ਫਰਮ ਐਸਟੈਬਲਿਸ਼ ਕਰ ਲਈ। ਇੱਕੋ ਹੀ ਪਰਸੈਂਟ ਹੈ ਹਰ ਸਬਜੈਕਟ ਤੇ ਲਿਖੀ ਜਾ ਕੇ ਹੋਣੀ ਚਾਹੀਦੀ ਹੈ। ਸਿਰਫ ਬੁੱਕ ਲਿਖਣ ਦਾ ਕੋਈ ਪੈਰੀਮੀਟਰ ਸੈੱਟ ਕਰਨੇ ਚਾਹੀਦੇ ਆ। ਸਿਰਫ ਐਕਸਪਰਟ ਔਰ ਜਿਹਦਾ 10 ਸਾਲ ਤੋਂ ਘੱਟ ਦਾ ਐਕਸਪੀਰੀਅੰਸ ਹੋਵੇ ਉਹਨੂੰ ਅਲਾਉ ਹੀ ਨਹੀਂ ਕਰਨਾ ਚਾਹੀਦਾ ਕਿ ਉਹ ਬੁੱਕ ਲਿਖੇ। ਠੀਕ ਹੈ। ਅਗਲੀ ਗੱਲ ਉਹ ਕੀ ਕਹਿੰਦੇ ਆ ਕਿ ਗਰੁੱਪ ਜਿਹੜੇ ਨੇ ਇਨਲਾਈਟਨਡ ਤੇ ਇਨੋਵੇਟਿਵ ਟੀਚਰਸ ਦੇ, ਉਹਨਾਂ ਨੂੰ ਟ੍ਰੇਨਿੰਗ ਦੇਣੀ ਚਾਹੀਦੀ ਹੈ। ਬੁੱਕ ਰਾਈਟਿੰਗ ਦੀ ਕੋਈ ਟ੍ਰੇਨਿੰਗ ਨਹੀਂ। ਬੁੱਕ ਰਾਈਟਿੰਗ ਲੋਕ ਆਪਣੇ ਆਈਡੀਆ ਤੋਂ ਲਿਖਦੇ ਆ, ਜਦੋਂ ਕਿ ਬੁੱਕ ਰਾਈਟਿੰਗ ਦੀ ਟ੍ਰੇਨਿੰਗ ਹੋਣੀ ਚਾਹੀਦੀ ਹੈ ਕਿ ਜਿਹੜਾ ਈਜ਼ੀ ਟੂ ਡਿਫਿਕਲਟ ਕਨਸੈਪਟ ਹੈ, ਜਿਹੜਾ ਚਾਈਲਡ ਸਾਈਕੋਲੋਜੀ ਹੈ, ਜਿਹੜੇ ਲਰਨਿੰਗ ਪ੍ਰਿੰਸੀਪਲਸ ਨੇ, ਉਹਨਾਂ ਨੂੰ ਇਨਵੋਲਵ ਕਰਕੇ ਬੁੱਕ ਜਿਹੜੀ ਹੈ ਕਿਵੇਂ ਆਰਗੇਨਾਈਜ਼ ਕਰਨੀ ਹੈ। ਅਗਲੀ ਗੱਲ ਉਹ ਕਹਿੰਦੇ ਆ ਕਿ ਇੱਕ ਐਜੂਕੇਸ਼ਨਲ ਕਮੇਟੀ ਸੈਟਅਪ ਕਰਨੀ ਚਾਹੀਦੀ ਹੈ। ਉਹ ਕਮੇਟੀ ਕੀ ਕਰੇ, ਉਹ ਵਿਲੇजेस, ਬਲਾਕ ਔਰ ਡਿਸਟ੍ਰਿਕਟ ਲੈਵਲ ਦੇ ਉੱਪਰ ਇਹ ਪਲਾਨਿੰਗ ਦੇਖੇ ਜਿਹੜਾ ਸਕੂਲ ਦੀ ਯੂਰੀਡਿਕਸ਼ਨ ਹੈ ਉਹਦੇ ਵਿੱਚ ਕਿਵੇਂ ਕੰਮ ਬੈਟਰ ਵੇ ਨਾਲ ਕੀਤਾ ਜਾ ਸਕਦਾ ਹੈ। ਔਰ ਇਹ ਤਾਂ ਅਸੀਂ ਬਾਅਦ ਦੇ ਵਿੱਚ ਲੈ ਆਂਦਾ ਕਿ ਸਕੂਲ ਮੈਨੇਜਮੈਂਟ ਕਮੇਟੀ ਹੈ ਉਹ ਹਰ ਸਕੂਲ 'ਚ ਬਣਾਈ ਜਾਏਗੀ, ਜਿਹੜੀ ਇਹ ਸਾਰਾ ਕੁਝ ਨੂੰ ਦੇਖੇਗੀ। ਅਗਲੀ ਗੱਲ ਹੈ ਕਿ ਅਸੀਂ ਕੰਟੀਜੈਂਸ ਅਮਾਉਂਟ ਦੇ ਦਈਏ। ਕਹਿੰਦੇ ਆ ਕਿ ਟੋਟਲ ਸੈਲਰੀ ਬਿੱਲ ਦਾ 10% ਜਿਹੜਾ ਡਿਸਪੋਜ਼ਲ ਕਰ ਦਈਏ, ਪ੍ਰਿੰਸੀਪਲ ਨੂੰ ਅਲਾਉ ਕਰ ਦਈਏ ਕਿ ਉਹ ਕੋਈ ਵੀ ਗੈਜਟ ਜਿਹੜਾ ਹੈ ਸਾਨੂੰ ਐਜ਼ ਏਡ ਚਾਹੀਦਾ ਉਹ ਪਰਚੇਜ ਕਰ ਸਕੇ। ਫਿਰ ਅਗਲੀ ਗੱਲ ਉਹ ਕਹਿੰਦੇ ਆ ਕਿ ਸਾਨੂੰ CBSE ਦੀ ਯੂਰੀਡਿਕਸ਼ਨ ਨੂੰ ਰਿਸਟ੍ਰਿਕਟ ਕਰ ਦੇਣਾ ਚਾਹੀਦਾ। CBSE ਸਾਡੇ ਸਟੇਟ ਬੋਰਡ ਦੀ ਆਟੋਨਮੀ ਖਾ ਗਿਆ। CBSE ਨੇ ਕੀ ਕੀਤਾ, CBSE ਨੇ ਸਾਰੇ ਹੀ ਨੇਸ਼ਨ ਦੇ ਵਿੱਚ ਇੱਕੋ ਹੀ ਕਰਿਕੂਲਮ ਇੰਪਲੀਮੈਂਟ ਕਰ ਦਿੱਤਾ, ਔਰ ਉਹਦੇ ਨਾਲ ਜਿਹੜੀ ਸਾਡੀ ਡਾਈਵਰਸ ਨੀਡ ਸੀ ਉਹ ਖਤਮ ਹੋ ਗਈ। ਪੰਜਾਬ ਦੇ ਵਿੱਚ ਅਸੀਂ ਪੰਜਾਬ ਦੀ ਹਿਸਟਰੀ ਪੜ੍ਹਾਉਣਾ ਚਾਹੁੰਦੇ ਸੀ, ਸਕੂਲ CBSE ਦਾ ਹੋ ਗਿਆ, ਉਹਨੇ ਨੈਸ਼ਨਲ ਹਿਸਟਰੀ ਪੜ੍ਹਾ ਦਿੱਤੀ। ਸਾਡੇ ਬੱਚਿਆਂ ਨੂੰ ਸਾਡੇ ਪੰਜਾਬ ਦੀ ਹਿਸਟਰੀ ਨਹੀਂ ਪਤਾ, ਉਹਨਾਂ ਨੂੰ ਪੰਜਾਬ ਦੇ ਫਰੀडम ਫਾਈਟਰ ਨਹੀਂ ਪਤਾ, ਉਹਨਾਂ ਨੂੰ ਇਹ ਪਤਾ ਬੰਗਾਲ ਦਾ ਫਰੀडम ਫਾਈਟਰ ਕੌਣ ਸੀਗਾ। ਤਾਂ ਇਸ ਲਈ ਸਾਨੂੰ ਚਾਹੀਦਾ ਕੀ ਹੈ, CBSE ਨੂੰ ਰਿਸਟ੍ਰਿਕਟ ਕਰਨਾ ਚਾਹੀਦਾ, ਕਿਉਂਕਿ CBSE ਜਿਹੜੀ ਹੈ ਉਹ ਕਰਿਕੂਲਮ ਨੂੰ ਹਾਇਰ ਜਿਹੜਾ ਹੈਵੀ ਕਰਦੀ ਜਾ ਰਹੀ ਹੈ, ਕਿਉਂਕਿ ਉਹ ਨੈਸ਼ਨਲ ਅਪਰੋਚ ਲੈ ਕੇ ਚੱਲਦੀ ਹੈ, ਜਦੋਂ ਕਿ ਜਿਹੜਾ ਬੱਚਾ ਪ੍ਰਾਇਮਰੀ ਕਲਾਸਿਸ ਦੇ ਵਿੱਚ ਹੈ ਉਸ ਨੂੰ ਅਸੀਂ ਬਹੁਤ ਲਾਈਟ ਕਰਿਕੂਲਮ ਦੇ ਨਾਲ ਲੈ ਕੇ ਜਾਣਾ ਹੈ। ਅਸੀਂ ਵਿਦਆਊਟ ਬਰਡਨ ਦੀ ਗੱਲ ਕਰ ਰਹੇ ਹਾਂ। ਤਾਂ ਉਹ ਕਹਿੰਦੇ ਆ ਕਿ ਇਸ ਨੂੰ ਯੂਰੀਡਿਕਸ਼ਨ ਨੂੰ ਘੱਟ ਕਰਨਾ ਚਾਹੀਦਾ। ਕੇਂਦਰੀ ਵਿਦਿਆਲਿਆ ਜਿਹੜੇ ਨੇ ਇਹ ਸਿਰਫ ਇਹੀ CBSE ਦਾ ਹਿੱਸਾ ਹੋਣੇ ਚਾਹੀਦੇ ਆ। ਸਿਰਫ ਕੇਂਦਰੀ ਵਿਦਿਆਲਿਆ ਤੇ ਨਵੋਦਿਆ ਵਿਦਿਆਲਿਆ ਇਹਨਾਂ ਨੂੰ CBSE ਨਾਲ ਐਫੀਲੀਏਟ ਕਰਨਾ ਚਾਹੀਦਾ। ਬਾਕੀ ਜਿਹੜੇ ਸਕੂਲ ਨੇ ਉਹ ਸਟੇਟ ਬੋਰਡ ਨਾਲ ਹੋਣ, ਤਾਂ ਕਿ ਸਟੇਟ ਦੀ ਜਿਹੜੀ ਹੈ ਸੁਸਾਇਟੀ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਕਰਿਕੂਲਮ ਫਰੇਮ ਕਰਕੇ ਉਸ ਤਰ੍ਹਾਂ ਦਾ ਕਰਿਕੂਲਮ ਦਿੱਤਾ ਜਾਵੇ। ਤਾਂ ਉਹਦੇ ਨਾਲ ਜਿਹੜੀ ਹੈ ਡਿਵਰਸ ਨੀਡ ਦੀ ਗੱਲ ਵੀ ਹੋਏਗੀ, ਔਰ ਉਹਦੇ ਨਾਲ ਅਸੀਂ ਕਰਿਕੂਲਮ ਨੂੰ ਲਾਈਟ ਵੀ ਕਰ ਸਕਾਂਗੇ। ਫਿਰ ਅਗਲੀ ਗੱਲ ਉਹ ਕਹਿੰਦੇ ਆ ਕਿ ਲੈਜਿਸਲੇਸ਼ਨ ਦੇ ਵਿੱਚ ਔਰ ਐਡਮਿਨਿਸਟ੍ਰੇਟਿਵ ਜਿਹੜੀ ਹੈ ਉਸ ਦੇ ਵਿੱਚ ਚੇਂਜਸ ਲੈ ਕੇ ਆਉਣ ਦੀ ਲੋੜ ਹੈ। ਉਹ ਕਹਿੰਦੇ ਆ ਕਿ ਜਿਹੜਾ ਪ੍ਰੀ ਸਕੂਲ ਹੈ ਉਹਦੇ ਮੈਜ਼ਰ ਜਿਹੜੇ ਨੇ ਉਹਨਾਂ ਨੂੰ ਰੈਗੂਲੇਟ ਕਰਨਾ ਚਾਹੀਦਾ। ਅੱਜ ਤੁਸੀਂ ਦੇਖੋਗੇ ਕਿ ਪ੍ਰੀ ਸਕੂਲ ਕੋਈ ਵੀ 2 ਕਮਰੇ ਬਣਾ ਕੇ ਕ੍ਰੈਚ ਬਣਾ ਲੈਂਦਾ ਜਾਂ ਨਰਸਰੀ ਸਕੂਲ ਖੋਲ ਲੈਂਦਾ। ਸਾਨੂੰ ਉਹਦੇ ਲਈ ਕੋਈ ਨੋਰਮਸ ਰੱਖਣੇ ਚਾਹੀਦੇ ਆ, ਔਰ ਉਹਨਾਂ ਸਕੂਲਸ ਨੂੰ ਜਿਹੜੀ ਹੈ ਸਟਾਫ ਦੀ ਰਿਕੁਆਇਰਮੈਂਟ ਔਰ ਡਿਪਲੋਮਾ ਹੋਲਡਰ ਐਂਟੀਟੀ ਟੀਚਰ ਰੱਖਣੇ ਚਾਹੀਦੇ ਆ। ਉੱਥੇ ਪਲੇਵੇ ਕਿਟਸ ਹੋਣੀਆਂ ਚਾਹੀਦੀਆਂ, ਪਲੇ ਮਟੀਰੀਅਲ ਹੋਣਾ ਚਾਹੀਦਾ, ਔਰ ਉੱਥੇ ਰੈਕੋਗਨਾਈਜ਼ ਕਰਨਾ ਚਾਹੀਦਾ ਉਹਨਾਂ ਸਕੂਲਸ ਨੂੰ ਵੀ ਜਿਹੜੇ ਪਲੇਵੇ ਸਕੂਲ ਖੋਲੇ ਜਾ ਰਹੇ। ਫਿਰ ਉਹ ਕਹਿੰਦੇ ਆ ਕਿ ਜਿੱਥੇ ਪਲੇਵੇ ਨਾ ਹੋਵੇ ਉਹ ਸਕੂਲ ਨੂੰ ਰੈਕੋਗਨਾਈਜ਼ ਨਾ ਕਰੋ, ਕਿਉਂ ਬੱਚਾ ਪਲੇ ਨਾਲ ਸਿੱਖਦਾ ਹੈ। ਬੱਚੇ ਨੂੰ ਵਿਦਆਊਟ ਬਰਡਨ ਲੈ ਕੇ ਜਾਣਾ ਔਰ ਉਹਨੂੰ ਪਲੇਵੇ 'ਚ ਸਿਖਾਉਣਾ ਹੈ, ਲਰਨਿੰਗ ਬਾਈ ਡੂਇੰਗ ਵਾਲੀ ਗੱਲ। ਫਿਰ ਉਹ ਅਗਲੀ ਗੱਲ ਕਰਦੇ ਆ ਕਿ ਸਾਨੂੰ ਇਹ ਦੇਖਣਾ ਹੈ ਕਿ ਵਾਇਲੈਂਸ ਜਿਹੜੀ ਹੈ ਉਸ ਨੂੰ ਪਰਪੈਚੁਏਟ ਨਾ ਕੀਤਾ ਜਾਵੇ, ਔਰ ਅਸੀਂ ਜਿਹੜਾ ਹੈ ਕਿਸੇ ਤਰ੍ਹਾਂ ਦੇ ਹੈਵੀ ਡੋਜ਼ ਜਿਹੜੇ ਹੈ ਐਜੂਕੇਸ਼ਨ ਦਾ ਉਹ ਨਾ ਦਈਏ। ਵਾਇਲੈਂਸ ਕਿਵੇਂ ਹੋਇਆ ਬੱਚੇ ਨਾਲ, ਸਾਈਕੋਲੋਜੀਕਲ ਵਾਇਲੈਂਸ ਨਹੀਂ ਕਰਨੀ, ਅਸੀਂ ਬੱਚੇ ਨੂੰ ਟੌਰਚਰ ਨਹੀਂ ਕਰਨਾ। ਠੀਕ ਹੈ, ਅਸੀਂ ਚਾਹੁੰਦੇ ਹਾਂ ਕਿ ਬੱਚਾ ਰੀਡਿੰਗ ਰਾਈਟਿੰਗ ਤੇ ਨੰਬਰ ਜਿਹੜਾ ਹੈ ਸਿੱਖੇ। ਸਾਡਾ ਮੇਜਰ ਐਮਫੈਸਿਸ ਹੀ ਇਹ ਹੋਣਾ ਚਾਹੀਦਾ, ਔਰ ਯੂਰਪ ਨੇ ਇਸ ਪੈਟਰਨ ਨੂੰ ਅਡਾਪਟ ਕੀਤਾ ਹੈ। ਤੁਸੀਂ ਦੇਖੋ ਯੂਰਪ ਪਹਿਲੇ 3 ਸਾਲ ਕੋਈ ਅਰਥਮੈਟਿਕਸ ਨਹੀਂ ਸਿਖਾਉਂਦਾ,
ਪਹਿਲੇ 3 ਸਾਲ ਉਹ ਲੈਂਗੁਏਜ ਸਿਖਾਉਂਦੇ ਆ ਤਿੰਨ। ਇੱਕ ਲੈਂਗੁਏਜ ਜਿਹੜੀ ਉਹਨਾਂ ਦੀ ਰੀਜਨਲ ਲੈਂਗੁਏਜ ਹੈ, ਇੱਕ ਲੈਂਗੁਏਜ ਜਿਹੜੀ ਬੱਚੇ ਦੀ ਮਦਰ ਲੈਂਗੁਏਜ ਹੈ, ਇੱਕ ਲੈਂਗੁਏਜ ਜਿਹੜੀ ਨੈਸ਼ਨਲ ਇੰਟਰਨੈਸ਼ਨਲ ਲੈਂਗੁਏਜ ਹੈ। ਤੁਸੀਂ ਕੈਨੇਡਾ ਦਾ ਸਿਸਟਮ ਦੇਖੋ, ਉੱਥੇ ਤੁਹਾਡਾ ਇੱਧਰੋਂ ਪੰਜਾਬੀ ਮਾਈਗ੍ਰੇਟ ਹੋਇਆ ਬੱਚਾ ਜਾਂਦਾ, ਉਹ ਉਹਨਾਂ ਨੂੰ ਪੰਜਾਬੀ ਪਹਿਲਾਂ ਸਿਖਾਉਂਦੇ ਆ, ਨਾਲ ਉਹ ਆਪਣੀ ਇੱਕ ਜਿਹੜੀ ਹੈ ਫ੍ਰੈਂਚ ਲੈਂਗੁਏਜ ਜਾਂ ਇੱਕ ਜਿਹੜੀ ਹੈ ਉੱਥੋਂ ਦੀ ਰੀਜਨਲ ਲੈਂਗੁਏਜ ਜਾਂ ਇੰਗਲਿਸ਼ ਦੇ ਨਾਲ ਇੱਕ ਰੀਜਨਲ ਲੈਂਗੁਏਜ ਸਿਖਾਉਂਦੇ ਆ। ਤਾਂ ਇਸ ਤਰ੍ਹਾਂ ਨਾਲ ਔਰ ਜਦੋਂ ਬੱਚਾ 2 ਸਾਲਾਂ 'ਚੋਂ ਬੱਚੇ ਦੇ ਫਲੂਐਂਸੀ ਦਾ ਲੈਵਲ ਉਹ ਲੈ ਆਉਂਦੇ ਆ। ਸਾਡਾ ਪੋਸਟ ਗ੍ਰੈਜੂਏਟ ਉਹ ਇੰਗਲਿਸ਼ ਨਹੀਂ ਬੋਲਦਾ, ਜਿਹੜਾ ਉੱਥੇ 2 ਸਾਲ ਦਾ ਬੱਚਾ ਜਿਹੜਾ ਹੈ ਜਦੋਂ ਸਕੂਲ 'ਚ ਕਵਰ ਕਰ ਲੈਂਦਾ ਤਾਂ ਜਿਹੜੀ ਉਹਦੀ ਪ੍ਰੋਨਾਂਸੀਏਸ਼ਨ ਹੁੰਦੀ ਹੈ ਅਤੇ ਜਿਹੜੀ ਉਹਦੀ ਵਕੈਬ ਹੁੰਦੀ ਹੈ, ਸਾਡੇ ਕੋਲ ਇਹ ਪੋਸੀਬਿਲਿਟੀ ਨਹੀਂ ਹੈ। ਤਾਂ ਉਦੋਂ ਬਾਅਦ ਫਿਰ ਉਹ ਅਗਲੀ ਗੱਲ ਕਰਦੇ ਆ ਕਿ ਅਰਥਮੈਟਿਕ ਬਾਅਦ 'ਚ ਸਿਖਾਇਆ ਜਾਏਗਾ। ਤਾਂ ਅਗਲੀ ਗੱਲ ਹੈ ਕਿ ਜਿਹੜਾ ਟੈਸਟ ਤੇ ਇੰਟਰਵਿਊ ਜਿਹੜੇ ਨੇ ਨਰਸਰੀ ਟਾਈਮ ਦੇ ਉੱਪਰ ਬੱਚਿਆਂ ਦੇ ਅਤੇ ਪੇਰੈਂਟਸ ਦੇ, ਇਹ ਅਬੋਲਿਸ਼ ਕਰ ਦੇਣੇ ਚਾਹੀਦੇ ਆ। ਇਹ ਵੀ ਇੱਕ ਟਾਰਚਰ ਹੈ। ਫਿਰ ਰਿਕਮੈਂਡੇਸ਼ਨਸ ਦੀ ਗੱਲ ਹੋਰ ਆਉਂਦੀ ਹੈ, ਕਹਿੰਦੇ ਕਿ ਜਿਹੜੇ ਪ੍ਰਾਈਵੇਟ ਸਕੂਲਸ ਬਣ ਰਹੇ ਆ ਉਹਨਾਂ ਨੂੰ ਟਾਈਟ ਜਿਹੜਾ ਹੈ ਕਰਨਾ ਚਾਹੀਦਾ, ਉਹਨਾਂ 'ਤੇ ਨੋਰਮਸ ਜਿਹੜੇ ਨੇ ਉਹ ਜ਼ਿਆਦਾ ਬੈਟਰ ਢੰਗ ਨਾਲ ਇੰਪੋਜ਼ ਕਰਨੇ ਚਾਹੀਦੇ ਤਾਂ ਕਿ ਕੁਆਲਿਟੀ ਇੰਪਰੂਵ ਹੋ ਸਕੇ ਔਰ ਅਸੀਂ ਕਮਰਸ਼ੀਅਲਾਈਜੇਸ਼ਨ ਆਫ ਐਜੂਕੇਸ਼ਨ ਜਿਹੜੀ ਹੈ ਇਸ ਨੂੰ ਰੋਕ ਸਕੀਏ। ਅੱਜ ਸਾਡੇ ਪ੍ਰਾਈਵੇਟ ਸਕੂਲ ਤਾਂ ਸਿਰਫ ਮਨੀ ਮੇਕਿੰਗ ਮਸ਼ੀਨਸ ਬਣ ਗਏ ਆ ਔਰ ਉਹਨਾਂ ਕੋਲ ਬਿਲਡਿੰਗ ਦੇ ਨਾਂ 'ਤੇ 3 ਕਮਰੇ ਹੁੰਦੇ ਆ ਅਤੇ ਉਹਨਾਂ ਦਾ 10,000 ਬਿਲਡਿੰਗ ਫੰਡ ਹੁੰਦਾ। ਸਮਝ ਨਹੀਂ ਆਉਂਦੀ ਕਿ ਉਹ ਕਿਹੜੀ ਬਿਲਡਿੰਗ ਬਣਾ ਰਹੇ ਆ ਅਤੇ ਕਿੱਥੇ ਲਗਾ ਰਹੇ ਆ। ਉਹਨਾਂ ਕੋਲ ਸਪੋਰਟਸ ਦਾ ਗਰਾਊਂਡ ਨਹੀਂ ਹੁੰਦਾ ਪਰ ਸਪੋਰਟਸ ਦਾ ਫੰਡ ਹਰ ਸਾਲ ਲੈਂਦੇ ਆ। ਠੀਕ ਹੈ, ਉਹਨਾਂ ਨੇ ਕਦੇ ਕੋਈ ਟੂਰ ਨਹੀਂ ਕਰਾਇਆ ਹੁੰਦਾ ਪਰ ਟੂਰ ਐਂਡ ਟਰੈਵਲ ਦਾ ਫੰਡ ਜਿਹੜਾ ਹੈ ਹਰ ਸਾਲ ਲੈਂਦੇ ਆ। ਤਾਂ ਅਸੀਂ ਇੱਕ ਗੱਲ ਇਹ ਵੀ ਕਰ ਰਹੇ ਸੀ ਕਿ ਟੀਚਰ ਜਿਹੜੇ ਨੇ ਅਸੀਂ ਉਹਨਾਂ ਨੂੰ ਕੁਆਲਿਟੀ ਸਕੂਲ ਵੱਲ ਲੈ ਕੇ ਜਾਈਏ ਪ੍ਰਾਈਵੇਟਸ ਨੂੰ। ਇਸ ਲਈ ਸਾਨੂੰ ਨੋਰਮਸ ਜਿਹੜੇ ਨੇ ਉਹਨਾਂ ਨੂੰ ਟਾਈਟ ਕਰਨ ਦੀ ਲੋੜ ਹੈ ਔਰ ਨੋਰਮ ਜਿਹੜੇ ਨੇ ਯੂਨੀਫਾਰਮ ਕਰਨ ਦੀ ਲੋੜ ਹੈ। ਪੰਜਾਬ ਦੇ ਵਿੱਚ ਤੁਸੀਂ ਸਕੂਲਾਂ ਦੀ ਗੱਲ ਕਰੋ, ਗਵਰਨਮੈਂਟਸ ਨੇ ਆਪਣੇ ਸਕੂਲ ਹੀ 4 ਤਰ੍ਹਾਂ ਦੇ ਬਣਾ ਲਏ। ਇੱਕ ਕਹਿੰਦੇ ਜਨਰਲ ਸਕੂਲ ਹੋਣਗੇ, ਇੱਕ ਮਾਡਲ ਸਕੂਲ ਹੋਣਗੇ, ਇੱਕ ਆਦਰਸ਼ ਸਕੂਲ ਹੋਣਗੇ, ਇੱਕ ਜਿਹੜੇ ਹੈ ਮੈਰੀਟੋਰੀਅਸ ਸਕੂਲਸ ਹੋਣਗੇ। 4 ਤਰ੍ਹਾਂ ਦੇ ਸਕੂਲ ਤਾਂ ਗਵਰਨਮੈਂਟ ਦੇਗੀ। ਇਹਦਾ ਮਤਲਬ ਹੈ ਗਵਰਨਮੈਂਟ ਆਪਣੇ ਆਪ ਹੀ ਮੰਨ ਰਹੀ ਹੈ ਕਿ ਅਸੀਂ 4 ਡਿਫਰੈਂਟ ਕੁਆਲਿਟੀ ਆਫ ਐਜੂਕੇਸ਼ਨ ਜਿਹੜੀਆਂ ਨੇ ਸਰਵਿਸਿਜ਼ ਦੇ ਰਹੇ ਹਾਂ। ਇਹਦਾ ਮਤਲਬ ਹੈ ਜਿਹੜਾ ਮੈਰੀਟੋਰੀਅਸ ਜਾਏਗਾ ਉਹ ਪਾਰ ਕੁਆਲਿਟੀ ਜਿਹੜੀ ਹੈ ਪਾਰ ਐਕਸਲੈਂਸ ਵਾਲੀ ਐਜੂਕੇਸ਼ਨ ਲਏਗਾ, ਜਿਹੜਾ ਆਦਰਸ਼ 'ਚ ਜਾਏਗਾ ਉਹ ਥੋੜ੍ਹਾ ਜਿਹਾ ਕੰਪਰੋਮਾਈਜ਼ ਕਰੇਗਾ, ਜਿਹੜਾ ਮਾਡਲ 'ਚ ਜਾਏਗਾ ਉਹ ਹੋਰ ਕੰਪਰੋਮਾਈਜ਼ ਕਰੇਗਾ, ਜਨਰਲ 'ਚ ਉਹ ਜਾਏਗਾ ਜਿਸ ਨੂੰ ਬਿਲਕੁਲ ਪੂਅਰ ਕੁਆਲਿਟੀ ਜਿਹੜੀ ਹੈ ਨੇਮ ਸੇਕ ਐਜੂਕੇਸ਼ਨ ਅਸੀਂ ਦੇ ਰਹੇ ਹਾਂ। ਇਸੇ ਤਰ੍ਹਾਂ ਹੀ ਸਾਡੇ ਕੋਲ ਸਕੂਲ ਪ੍ਰਾਈਵੇਟ ਨੇ। ਇੱਕ ਸਕੂਲ ਹੈ ਜਿਹੜਾ ਐਫੀਲੀਏਟਡ ਸਕੂਲ ਹੈ, ਰੈਕੋਗਨਾਈਜ਼ਡ ਸਕੂਲ ਹੈ, ਉਹ ਪੂਰੇ ਨੋਰਮ ਸਟੈਂਡਰਡ ਪੂਰੇ ਕਰਦਾ ਹੈ। ਇੱਕ ਸਕੂਲ ਹੈ ਜਿਹੜਾ ਐਸੋਸੀਏਟਡ ਸਕੂਲ ਹੈ। ਐਸੋਸੀਏਟਡ ਸਕੂਲ ਦਾ ਮਤਲਬ ਹੈ ਉਹਦੇ ਕੋਲ ਕੁਝ ਕੁ ਨੋਰਮਸ ਪੂਰੇ ਕਰਦਾ, ਕੁਝ ਨਹੀਂ ਕਰਦਾ। ਇਹਦਾ ਮਤਲਬ ਉੱਥੇ ਕੁਆਲਿਟੀ ਕੰਪਰੋਮਾਈਜ਼ ਹੋ ਰਹੀ ਹੈ। ਇੱਕ ਸਕੂਲ ਹੈ ਜਿਹੜਾ ਜਿਹਦੇ ਕੋਲ ਕੁਝ ਵੀ ਨਹੀਂ ਹੈ, ਉਹਦੇ ਕੋਲ ਲੈਂਡ ਵੀ ਨਹੀਂ ਹੈ, ਉਹਨੇ ਸਿਰਫ ਬਿਲਡਿੰਗ ਬਣਾਈ ਹੈ ਔਰ ਉਹ 4th ਤੱਕ ਪੜਾਉਂਦਾ। 5th 'ਚ ਜਦੋਂ ਨੋਰਮਸ ਦੀ ਗੱਲ ਆਉਂਦੀ ਹੈ 5th 'ਚ ਉਹ ਕਿਸੇ ਹੋਰ ਸਕੂਲ ਕੋਲ ਬੱਚੇ ਭੇਜ ਦਿੰਦਾ। 4 ਸਾਲ ਉਹ ਪੈਸੇ ਕਮਾਉਣ ਦਾ ਇੱਕ ਮੈਕੈਨਿਜ਼ਮ ਹੈ। ਤਾਂ ਸਾਨੂੰ ਇਸ ਨੂੰ ਰੋਕਣ ਦੀ ਲੋੜ ਹੋਏਗੀ। ਔਰ ਅੱਗੇ ਜਿਹੜੀ ਗੱਲ ਇਹਦੇ ਵਿੱਚ ਅਸੀਂ ਕਰ ਰਹੇ ਹਾਂ ਉਹ ਕਹਿੰਦੇ ਆ ਕਿ ਨੋ ਕੰਪਲਸ਼ਨ ਔਨ ਦਾ ਚਿਲਡਰਨ ਟੂ ਕੈਰੀ ਹੈਵੀ ਬੈਗਸ। ਇਹ ਜਿਹੜਾ ਹੈ ਸਭ ਤੋਂ ਵੱਡੀ ਰਿਕਮੈਂਡੇਸ਼ਨ ਇਹੀ ਸੀਗੀ। ਉਹਨਾਂ ਨੇ ਕਿਹਾ ਕਿ ਬੱਚੇ ਦਾ ਜਿਹੜਾ ਬੈਗ ਹੈ ਉਹ ਇੱਕ ਟਾਰਚਰ ਹੈ ਬੱਚੇ ਲਈ, ਸਾਨੂੰ ਇਸ ਨੂੰ ਰੋਕਣਾ ਹੋਏਗਾ। ਉਹ ਕਹਿੰਦੇ ਆ ਟੈਕਸਟ ਬੁੱਕਸ ਜਿਹੜੇ ਨੇ ਇਹ ਸਕੂਲ ਦੀ ਪ੍ਰਾਪਰਟੀ ਹੋਣੀ ਚਾਹੀਦੀ ਹੈ। ਬੱਚਾ ਟੈਕਸਟ ਬੁੱਕ ਕੈਰੀ ਨਾ ਕਰੇ। ਇਹ ਨਾ ਹੋਵੇ ਕਿ ਰੋਜ਼ ਚੱਕ ਕੇ ਘਰ ਲੈ ਕੇ ਜਾਵੇ, ਰੋਜ਼ ਵਾਪਸ ਲੈ ਕੇ ਆਵੇ। ਸਾਨੂੰ ਐਜੂਕੇਸ਼ਨ ਦੇ ਸਿਸਟਮ ਨੂੰ ਇਸ ਤਰ੍ਹਾਂ ਬਦਲਣਾ ਪਏਗਾ ਕਿ ਜਿਹੜਾ ਟੈਕਸਟ ਬੁੱਕ ਹੈ ਉਹਦੀ ਬੱਚੇ ਨੂੰ ਘਰ ਜ਼ਰੂਰਤ ਨਾ ਪਵੇ। ਟੀਚਰ ਉਸ ਦੀ ਸਾਰੀਆਂ ਰਿਕੁਆਇਰਮੈਂਟਸ ਜਿਹੜੀਆਂ ਨੇ ਉਹ ਉੱਥੇ ਪੂਰੀਆਂ ਕਰੇ। ਔਰ ਜੇਕਰ ਇੱਕ ਜਿਹੜਾ ਜਿਵੇਂ ਅੱਜ ਕੱਲ੍ਹ ਹੁਣ ਮੀਡੀਆ ਬਣ ਗਿਆ ਕਿ ਜੇ ਕੋਈ ਇੱਕ ਚੈਪਟਰ ਅੱਜ ਕਰਾਇਆ ਹੈ ਉਹਦਾ PDF ਜਿਹੜੀ ਹੈ ਉਹ ਘਰ ਵਾਸਤੇ ਸੰਭਾਲੀ ਜਿਹੜੀ ਹੈ ਸ਼ੇਅਰ ਕੀਤੀ ਜਾਵੇ। ਬੱਚਾ ਘਰੇ ਕੋਈ ਬੁੱਕ ਨਾ ਲੈ ਕੇ ਜਾਵੇ। ਜੇਕਰ ਉਹਨੂੰ ਹੋਮਵਰਕ ਕਰਨਾ ਤਾਂ PDF ਤੋਂ ਕਰੇ ਤਾਂ ਕਿ ਉਹਦਾ ਜਿਹੜਾ ਵੇਟ ਹੈ ਜਿਹੜਾ ਰੋਜ਼ ਚੱਕ ਕੇ ਗਧਿਆਂ ਵਾਂਗ ਲੱਦਿਆ ਹੋਇਆ ਬੱਚਾ ਜਿਹੜਾ ਹੈ ਉਹ ਜਾ ਰਿਹਾ, ਅਸੀਂ ਉਸ ਨੂੰ ਰੋਕ ਸਕੀਏ। ਅਗਲੀ ਗੱਲ ਉਹ ਕੀ ਕਹਿੰਦੇ ਆ ਕਿ ਦਿੱਲੀ ਗਵਰਨਮੈਂਟ ਨੇ ਇਹਦੇ ਤੇ ਬੜਾ ਅੱਛਾ ਕੰਮ ਕੀਤਾ ਹੈ। ਸਿਸੋਦੀਆ ਜੀ ਨੇ ਕੀ ਕੀਤਾ, ਉਹਨਾਂ ਨੇ weight ਫਿਕਸ ਕਰ ਦਿੱਤੇ ਆ ਕਿ ਜਿਹੜਾ ਪ੍ਰੀ ਨਰਸਰੀ ਦਾ ਬੱਚਾ ਹੈ ਉਹ 1.5 ਕਿਲੋ ਤੋਂ ਜ਼ਿਆਦਾ ਉਹਦੇ ਬੈਗ ਦਾ ਜਿਹੜਾ ਹੈ weight ਨਹੀਂ ਹੋ ਸਕਦਾ। ਜੇ ਕਿ ਸਕੂਲ 1.5 ਕਿਲੋ ਤੋਂ ਜ਼ਿਆਦਾ ਭਾਰੀ ਬੈਗ ਉਹਦੇ ਨਾਲ ਲਗਾਏਗਾ ਉਹ ਸਕੂਲ ਦੀ ਐਫੀਲੀਏਸ਼ਨ ਰੱਦ ਕਰ ਦਿਆਂਗੇ। ਜਿਹੜਾ ਬੱਚਾ 5th ਤੱਕ ਹੈ ਉਹਦਾ ਜਿਹੜਾ weight ਹੈ ਉਹ 5 ਕਿਲੋ ਤੋਂ ਜ਼ਿਆਦਾ ਨਹੀਂ ਹੋ ਸਕਦਾ। ਜੇ ਕੋਈ 5 ਕਿਲੋ ਤੋਂ ਜ਼ਿਆਦਾ weight ਵਾਲੀਆਂ ਬੁੱਕਸ ਜਿਹੜੀਆਂ ਨੇ ਫੋਰਸ ਕਰਦਾ ਉਹਦਾ ਵੀ ਅਸੀਂ ਐਫੀਲੀਏਸ਼ਨ ਰੱਦ ਕਰ ਦਿਆਂਗੇ। ਔਰ ਜਿਹੜਾ ਬੱਚਾ ਮੈਟ੍ਰਿਕ ਦਾ ਉਹਦਾ 9 ਕਿਲੋ ਤੋਂ ਜ਼ਿਆਦਾ weight ਨਹੀਂ ਹੋ ਸਕਦਾ ਉਹਦੇ ਬੈਗ ਦਾ। ਤਾਂ ਇਸ ਤਰ੍ਹਾਂ ਨਾਲ ਅਸੀਂ ਕਹਿ ਰਹੇ ਹਾਂ ਕਿ ਅਸੀਂ ਬੈਗ ਜਿਹੜੇ ਨੇ ਉਹਨਾਂ ਨੂੰ ਲਾਈਟ ਕਰਨਾ ਹੈ। ਹੋਮਵਰਕ ਦੀ ਗੱਲ ਉਹਦੇ ਵਿੱਚ ਆ ਰਹੀ ਹੈ ਕਿ ਹੋਮਵਰਕ ਦਾ ਜਿਹੜਾ ਨੇਚਰ ਹੈ ਇਸ ਨੂੰ ਚੇਂਜ ਕਰਨ ਦੀ ਲੋੜ ਹੈ। ਪ੍ਰਾਇਮਰੀ ਕਲਾਸਿਸ ਦੇ ਵਿੱਚ ਕੋਈ ਹੋਮਵਰਕ ਹੋਣਾ ਹੀ ਨਹੀਂ ਚਾਹੀਦਾ। ਬੱਚਾ ਜਦੋਂ ਸਕੂਲ ਤੋਂ ਬਾਅਦ ਹਾਂਜੀ
ਹਾਂਜੀ ਸਰ, ਜਿੱਦਾਂ ਤੁਸੀਂ ਬੈਗਸ ਦੀ ਗੱਲ ਕੀਤੀ weight ਦੀ, ਸਰ ਇਹ ਤਾਂ ਕੈਨ ਵਿੱਚ ਹੀ ਹੈ। ਜਿੱਦਾਂ ਹੁਣ ਮੈਂ ਟਿਊਸ਼ਨਸ ਪੜ੍ਹਾਉਂਦੀ ਹਾਂ ਤੇ ਜਿਹੜੇ ਸੈਕਿੰਡ ਥਰਡ ਦੇ ਬੱਚੇ ਆਉਂਦੇ ਉਹਨਾਂ ਦੇ ਵੀ ਬੈਗ ਇੰਨੇ ਜ਼ਿਆਦਾ ਹੈਵੀ ਹੁੰਦੇ ਆ ਜੋ ਸਕੂਲ ਲੈ ਕੇ ਜਾਂਦੇ ਨਹੀਂ, ਆ। ਸਾਡੀ ਗਵਰਨਮੈਂਟ ਨੇ ਤਾਂ ਹਲੇ ਬਾਹਰ ਕੀਤਾ ਹੀ ਨਹੀਂ ਹੈ। ਦਿੱਲੀ ਗਵਰਨਮੈਂਟ ਦੀ ਮੈਂ ਗੱਲ ਕਰ ਰਿਹਾ, ਜਿਨ੍ਹਾਂ ਨੇ ਇਹ ਕਹਿ ਦਿੱਤਾ ਕਿ ਬੈਗ ਘੱਟ ਕਰੋ। ਸਾਡੇ ਵੀ ਕੀਤਾ ਹੈ, ਗਵਰਨਮੈਂਟ ਨੇ ਕਹਿ ਦਿੱਤਾ ਕਿ ਬੁੱਕਸ ਨੂੰ ਘਟਾ ਦਿਓ, 5 ਬੁੱਕਸ ਨਹੀਂ ਹੋਣੀਆਂ ਚਾਹੀਦੀਆਂ, 1 ਬੁੱਕ ਬਣਾਓ। ਉਹ ਕਹਿੰਦੇ ਆ ਕਿ 5 ਬੁੱਕਸ ਨੇ, 5 ਬੁੱਕਸ ਨੂੰ ਬਾਈਂਡਿੰਗ ਕਰਨ ਲਈ ਉੱਤੇ ਕਾਰਡਬੋਰਡ ਲੱਗਦਾ, ਫਿਰ ਉਸ ਨੂੰ ਰੈਪ ਕਰਦੇ ਹੋ ਕਿਸੇ ਪੇਪਰ ਨਾਲ, ਬੱਚੇ ਦਾ weight ਵੱਧਦਾ। ਉਹ ਕਹਿੰਦੇ ਆ ਕਿ 1 ਬੁੱਕ ਬਣਾ ਦਿਓ, ਤੇ ਉਹਨਾਂ ਨੇ 5 ਬੁੱਕਸ ਨੂੰ ਛੋਟਾ ਨਹੀਂ ਕੀਤਾ, ਕੰਟੈਂਟ ਨਹੀਂ ਘੱਟ ਕੀਤਾ, 5 ਬੁੱਕਸ ਨੂੰ ਇਕੱਠਾ ਕਰਕੇ ਕੰਪਾਈਲ ਕਰਕੇ ਇੱਕ ਜਿਹੜੀ ਹੈ ਕਵਰ 'ਚ ਕਰ ਦਿੱਤਾ। ਉਹਦੇ ਨਾਲ ਥੋੜਾ ਜਿਹਾ ਫਰਕ ਪਿਆ ਗ੍ਰਾਮਸ ਦੇ ਵਿੱਚ। ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਕੰਟੈਂਟ ਹੀ ਛੋਟਾ ਕਰੋ, ਬੁੱਕਸ ਦੇ ਪੇਜ ਘਟਣ, ਸਬਜੈਕਟ ਘਟਾਓ। ਬੱਚੇ ਨੂੰ ਤੁਸੀਂ ਕੀ ਮਤਲਬ ਬਣਾਉਣਾ ਕੀ ਚਾਹੁੰਦੇ ਹੋ? ਗੂਗਲ ਬਣਾਉਣਾ ਚਾਹੁੰਦੇ ਹੋ? ਬੱਚੇ ਨੂੰ ਸਿਰਫ ਸਕਿੱਲ ਦਿਓ। ਸਾਡੇ ਬੱਚੇ ਕੋਲ ਕੋਈ ਸਕਿੱਲ ਨਹੀਂ ਹੈ, ਨਾ ਉਹਨੂੰ ਅਰਥਮੈਟਿਕਸ ਆਉਂਦਾ, ਨਾ ਉਹਨੂੰ ਕੋਈ ਲੈਂਗੁਏਜ ਪ੍ਰੋਫੀਸ਼ੀਐਂਸੀ ਹੈ, ਨਾ ਉਸ ਕੋਲ ਲੌਜਿਕ ਹੈ, ਨਾ ਰੀਜ਼ਨਿੰਗ ਹੈ, ਨਾ ਉਹਦੇ ਕੋਲ ਕੋਈ ਕ੍ਰੀਏਟੀਵਿਟੀ ਹੈ। ਔਰ ਅਸੀਂ ਐਕਸਪੈਰੀਮੈਂਟ ਕਰਦੇ ਜਾ ਰਹੇ ਹਾਂ ਕਿ ਹਰ ਸਾਲ ਇੱਕ ਨਵਾਂ ਸਬਜੈਕਟ ਐਡ ਕਰਦੇ ਨੇ। ਤਾਂ ਅਸੀਂ ਕਹਿੰਦੇ ਹਾਂ ਸਬਜੈਕਟ ਘੱਟ ਕਰੋ। ਸਾਡੇ ਲੋਕ ਪੇਜ ਘੱਟ ਕਰਨ ਦੀ ਗੱਲ ਕਰਦੇ ਆ, ਸਬਜੈਕਟ ਘਟਾਉਣ ਦੀ ਜ਼ਰੂਰਤ ਹੈ, weight ਘਟੇਗਾ। ਅਗਲੀ ਗੱਲ ਉਹ ਕਹਿੰਦੇ ਆ ਕਿ ਸਾਨੂੰ ਹੋਮਵਰਕ ਨਰਸਰੀ ਕਲਾਸਿਸ ਨੂੰ ਦੇਣਾ ਹੀ ਨਹੀਂ ਹੈ। ਅਪਰ ਪ੍ਰਾਇਮਰੀ ਤੇ ਸੈਕੰਡਰੀ ਕਲਾਸਿਸ ਲਈ ਹੋਮਵਰਕ ਹੋਏਗਾ, ਪਰ ਕੋਈ ਟੈਕਸਚੁਅਲ ਰਿਟਨ ਹੋਮਵਰਕ ਨਹੀਂ ਹੋਏਗਾ। ਇੰਜੋਇਮੈਂਟ ਦਿਓ, ਕੋਈ ਸਕ੍ਰੈਪ ਬੈਕ ਫਾਈਲ ਬਣਾਉਣ, ਕੋਈ ਇਸ ਤਰ੍ਹਾਂ ਦਾ ਪ੍ਰੋਜੈਕਟ ਦਿਓ ਜਿਹਦੇ ਵਾਸਤੇ ਉਹਨਾਂ ਨੂੰ ਲਾਈਫ 'ਚ ਜਾਣਾ ਪਵੇ, ਕੁਝ ਕਲੈਕਸ਼ਨ ਸੀਡਸ, ਕੁਝ ਹੋਰ ਚੀਜ਼ਾਂ, ਇਸ ਤਰ੍ਹਾਂ ਦੀ ਰੀਅਲ ਲਾਈਫ ਦੀ ਐਕਟੀਵਿਟੀ ਦਿਓ ਤਾਂ ਕਿ ਬੱਚਾ ਫਨ ਨਾਲ ਜੁੜੇ, ਬੱਚਾ ਕਿਸੇ ਸਰਚ ਨਾਲ ਜੁੜੇ, ਬੱਚਾ ਕਿਸੇ ਲਾਈਫ ਓਰੀਐਂਟਡ ਐਕਟੀਵਿਟੀ 'ਚ ਜੁੜੇ। ਤਾਂ ਇਹ ਕੀ ਹੈ ਕਿ ਬਸ ਸਕੂਲ 'ਚ ਵੀ ਲਿਖਾਉਂਦੇ ਰਹਿੰਦੇ ਹੋ, ਘਰ ਵੀ ਲਿਖਾਉਂਦੇ ਰਹਿੰਦੇ ਹੋ। ਫਿਰ ਅਗਲੀ ਗੱਲ ਜਿਹੜੀ ਇਹ ਕਮੇਟੀ ਕਰਦੀ ਹੈ, ਉਹ ਕਹਿੰਦੇ ਟੈਕਸਟ ਬੁੱਕਸ ਜਿਹੜੀਆਂ ਨੇ ਹੋਮ ਤਾਂ ਜ਼ਰੂਰਤ ਹੀ ਨਹੀਂ ਹੋਣੀ ਚਾਹੀਦੀ। ਕਹਿੰਦੇ ਕਿ ਇਹ ਸੋਰਸ ਜਿਹੜੇ ਨੇ, ਐਕਸਟੈਂਸ਼ਨ ਇਸ ਤਰ੍ਹਾਂ ਦਾ এনवायरमेंट ਬਣਾਉਣਾ ਪਏਗਾ। ਹੁਣੇ ਬਣ ਗਿਆ, ਜਿਹੜੀ ਉਹ ਗੱਲ ਕਰਦੇ ਨੇ ਐਕਸਟੈਂਸ਼ਨ ਫਾਰ ਐਕਸਪਲੋਰੇਸ਼ਨ ਆਫ ਹੋਮ এনवायरमेंट। ਅਸੀਂ ਘਰ ਨੂੰ ਸਕੂਲ ਨਾਲ ਕਨੈਕਟਡ ਤਾਂ ਰੱਖੀਏ, ਪਰ ਜਿਹੜੀ ਟੈਕਸਟ ਬੁੱਕ ਹੈ ਉਹ ਟੀਚਰ ਦੇ ਯੂਜ਼ ਲਈ ਹੈ, ਕਲਾਸਰੂਮ ਦੇ ਯੂਜ਼ ਲਈ ਹੈ, ਘਰ ਹੋਮਵਰਕ ਲਈ ਨਹੀਂ ਚਾਹੀਦੀ। ਉਹ ਕਹਿੰਦੇ ਇਹਦੇ ਵਾਸਤੇ PDF ਲੈ ਕੇ ਆਓ, ਜਾਂ ਟੀਚਰ ਕੋਈ ਇਸ ਤਰ੍ਹਾਂ ਦੀ ਵਰਕਸ਼ੀਟ ਜਿਹੜੀ ਹੈ ਡਿਵੈਲਪ ਕਰੇ ਜਿਹਦੇ 'ਚ ਬੱਚਾ ਐਕਟੀਵਿਟੀ 'ਚ ਇਨਵੋਲਵ ਹੋਵੇ। ਮੰਨ ਲਓ ਕੋਈ ਗ੍ਰਾਫ ਡਰਾ ਕਰਨਾ ਹੈ, ਕੋਈ ਐਕਸਪੈਰੀਮੈਂਟ ਕਰਨਾ ਹੈ, ਸਿਰਫ ਉਹ 1 ਪੇਜ ਬੱਚੇ ਨੂੰ PDF ਫਾਈਲ ਉਹਦੇ ਜਿਹੜਾ ਫੋਨ ਤੇ ਜਾਂ ਉਹਦੇ ਜਿਹੜੇ ਸਕੂਲ ਦੀ ਐਪ ਹੈ ਉਹਦੇ ਵਿੱਚ ਸ਼ੇਅਰ ਹੋ ਜਾਵੇ, ਜਿਹਦੇ ਤੋਂ ਬੱਚਾ ਜਿਹੜਾ ਪੜ੍ਹੇ। ਆਹ ਜਿਹੜਾ ਮਸਲਾ ਹੈ ਕਿ ਰੋਜ਼ ਹੀ ਬੱਚਾ 365 ਦਿਨ ਕੈਰੀ ਕਰਦਾ ਹੈ ਵਜਨ, ਉਹ ਬੱਚੇ ਦੀ ਡੀਫਾਰਮੈਲਿਟੀ ਜਾ ਰਹੀਆਂ, ਬੱਚਿਆਂ ਦੇ ਪੋਸਚਰ ਖਰਾਬ ਹੋ ਰਹੇ ਆ, ਉਹਨਾਂ ਦੀਆਂ ਜਿਹੜੀਆਂ ਹੈਲਥ ਇਸ਼ੂਜ਼ ਹੋ ਰਹੇ ਆ, ਔਰ ਬੱਚਿਆਂ ਦੇ ਜਿਹੜੀਆਂ ਨੇ ਬੋਨਸ ਜਿਹੜੀਆਂ ਨੇ ਉਹਨਾਂ ਤੇ ਇਫੈਕਟ ਆ ਰਿਹਾ। ਫਿਰ ਉਹ ਟੀਚਰ ਪੀਪਲ ਰੇਸ਼ੋ ਦੀ ਗੱਲ ਵੀ ਕਰ ਰਹੇ ਆ ਕਿ ਸਾਨੂੰ 1:40 ਦੀ ਰੇਸ਼ੋ ਸੈਕੰਡਰੀ ਦੇ ਵਿੱਚ ਰੱਖਣੀ ਹੈ, ਔਰ ਬੱਚਿਆਂ ਦਾ ਜਿਹੜਾ ਪ੍ਰਾਇਮਰੀ ਕਲਾਸਾਂ ਨੇ ਉੱਥੇ 1:30 ਤੋਂ ਜ਼ਿਆਦਾ ਬੱਚੇ ਨਹੀਂ ਹੋਣੇ ਚਾਹੀਦੇ। ਜੇ ਕੋਈ ਸਕੂਲ ਇਸ ਤਰ੍ਹਾਂ ਕਰਦਾ, ਉਹ ਸਕੂਲ ਨੂੰ ਡੀਐਫੀਲੀਏਟ ਕਰ ਦਿਓ। ਫਿਰ ਉਹ ਕਹਿੰਦੇ ਆ ਕਿ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰੋ। ਹੁਣ ਅਸੀਂ ਜਿਹੜਾ ਡਿਜੀਟਲ ਪਲੇਟਫਾਰਮ ਵੱਲ ਚੱਲੀਏ, ਬੱਚੇ ਨੂੰ ਜਿਹੜਾ ਹੈ ਉਹ ਜਿਹੜਾ ਕੰਕਰੀਟ ਬੁੱਕ ਤੇ ਕੰਮ ਕਰਨਾ, ਉਹ ਸਾਰੇ ਕਸ ਤੋਂ ਬਾਹਰ ਕੱਢੀਏ। ਉਹ ਕਹਿੰਦੇ ਆ ਇੱਕ ਗਵਰਨਮੈਂਟ ਨੇ ਇੱਕ ਜਿਹੜਾ ਲਾਂਚ ਕੀਤਾ ਸਿੱਖਿਆ ਦਰਸ਼ਨ। ਜੇ ਕੋਈ ਸਰਚ ਮਾਰੋਗੇ ਸਿੱਖਿਆ ਦਰਸ਼ਨ ਸਕੂਲਾਂ ਲਈ ਹੈ, ਪ੍ਰੀ ਪ੍ਰਾਇਮਰੀ ਸਕੂਲਾਂ ਲਈ। ਉਹ ਪੋਰਟਲ ਦੇ ਵਿੱਚ ਬੱਚਿਆਂ ਲਈ ਪਲੇਵੇ ਐਕਟੀਵਿਟੀਜ਼ ਨੇ, ਵੀਡੀਓਜ਼ ਨੇ, ਜਿਹੜਾ ਹੈ ਉਹ ਐਨੀਮੇਟਡ ਜਿਹੜਾ ਹੈ ਗ੍ਰਾਫਿਕਲ ਕੰਟੈਂਟ ਹੈ, ਤਾਂ ਉਹ ਬੜਾ ਹੁੰਦਾ ਅੱਛਾ ਹੈ। ਉਸ ਤੋਂ ਬਾਅਦ ਸਾਡੇ ਕੋਲ ਜਿਹੜਾ ਪਾਠਸ਼ਾਲਾ ਆ ਗਈ, ਜਿਹਦੇ ਵਿੱਚ ਅਸੀਂ ਸੈਕੰਡਰੀ ਕਲਾਸਿਸ ਤੇ ਪ੍ਰਾਇਮਰੀ ਕਲਾਸਿਸ ਲਈ ਕੰਟੈਂਟ ਦੇ ਰਹੇ ਹਾਂ। ਫਿਰ ਐਜੂਸੈਟ ਆ ਗਿਆ। ਫਿਰ ਉਹ ਕਹਿੰਦੇ ਆ ਕਿ ਹੁਣ NCERT ਤੇ NCT ਜਿਹੜੀਆਂ ਨੇ ਕੋਲੈਬੋਰੇਟ ਕਰਕੇ ਕੰਮ ਕਰ ਰਹੀਆਂ, ਜਿਹਦੇ ਵਿੱਚ ਅਸੀਂ ਡਿਜੀਟਲ ਕੰਟੈਂਟ ਦੀ ਗੱਲ ਕਰ ਰਹੇ ਹਾਂ। ਤਾਂ ਅਸੀਂ ਇੱਧਰ ਨੂੰ ਜਿਹੜਾ ਹੈ ਚੇਂਜ ਹੋਣਾ ਹੈ। ਅਗਲੀ ਗੱਲ ਉਹ ਕਹਿੰਦੇ ਕਿ ਟੀਚਰ ਐਜੂਕੇਸ਼ਨ ਪ੍ਰੋਗਰਾਮ ਨੂੰ ਚੇਂਜ ਕਰੋ। ਟੀਚਰ ਐਜੂਕੇਸ਼ਨ ਪ੍ਰੋਗਰਾਮ ਦੇ ਵਿੱਚ ਅਸੀਂ ਕਹਿੰਦੇ ਆ ਕਿ ਸਪੈਸ਼ਲਾਈਜੇਸ਼ਨ ਦੀ ਗੱਲ ਕਰਨੀ ਚਾਹੀਦੀ ਹੈ। ਟੀਚਰ ਸੈਕੰਡਰੀ, ਨਰਸਰੀ, ਐਲੀਮੈਂਟਰੀ ਦਾ ਇੱਕ ਸਬਜੈਕਟ ਦਾ ਐਕਸਪਰਟ ਬਣਾਇਆ ਜਾਵੇ। ਫਿਰ ਅਗਲੀ ਗੱਲ ਉਹ ਕਹਿੰਦੇ ਆ ਕਿ ਘੱਟ ਤੋਂ ਘੱਟ 4 ਸਾਲ ਦੀ B.Ed ਹੋਣੀ ਚਾਹੀਦੀ ਹੈ, ਜਿਹੜੀ ਕਿ ਹੁਣ ਆ ਗਈ, ਜਿਹੜੀ ਅਗਲੇ ਸਾਲ ਤੋਂ ਜੁਲਾਈ ਤੋਂ ਬਾਅਦ 4 ਸਾਲ ਦੀ ਗਵਰਨਮੈਂਟ ਕਰਨ ਜਾ ਰਹੀ ਹੈ। ਉਹ ਇਸੇ ਰਿਪੋਰਟ ਦੇ ਬੇਸਡ ਹੈਗੀ ਹੈ। ਫਿਰ ਉਹ ਅਗਲੀ ਗੱਲ ਕਹਿੰਦੇ ਆ ਕਿ ਪ੍ਰੈਕਟੀਕਲ ਓਰੀਐਂਟਡ B.Ed ਪ੍ਰੋਗਰਾਮ ਹੋਣੇ ਚਾਹੀਦੇ ਆ। ਉਹਨਾਂ ਨੂੰ ਰੀਅਲ ਕਲਾਸਰੂਮ 'ਚ ਰੱਖਿਆ ਜਾਵੇ। ਜਿਹੜਾ ਹੁਣ ਸਾਡੇ ਟਾਈਮ ਬਲੋਕ ਮਾਡਲ ਲੈ ਕੇ ਆਂਦਾ, ਉਹ ਇਹੀ ਸੀਗਾ ਕਿ ਪਹਿਲਾਂ 1 ਸਾਲ ਦੀ ਹੁੰਦੀ ਸੀ ਤਾਂ 40 ਦਿਨ ਲਈ ਪ੍ਰੈਕਟਿਸ ਤੇ ਜਾਂਦੇ ਸੀ, ਹੁਣ ਬੱਚੇ 4 ਮਹੀਨੇ ਲਈ ਪ੍ਰੈਕਟਿਸ ਤੇ ਜਾਂਦੇ ਆ। ਉਹ ਕਹਿੰਦੇ ਜ਼ਿਆਦਾ ਤੋਂ ਜ਼ਿਆਦਾ ਬੱਚੇ ਨੂੰ ਕਲਾਸਰੂਮ এনवायरमेंट 'ਚ ਰੱਖੋ, ਟੀਚਰ ਨੂੰ ਉੱਥੇ ਉਹ ਕੰਮ ਕਰੇ, ਉਹ ਪ੍ਰੋਬਲਮ ਸਮਝੇ, ਉੱਥੇ ਉਹ ਆਪਣੇ ਵੱਲੋਂ ਆਈਡੀਆ ਲਗਾਵੇ, ਔਰ ਉਹਨਾਂ ਆਈਡੀਆ ਦੇ ਰਿਜ਼ਲਟ ਜਿਹੜੇ ਨੇ ਉਹਨਾਂ ਨੂੰ ਦੇਖੇ, ਔਰ ਕੇਸ ਸਟੱਡੀਜ਼ ਕਰੇ। ਸਰ ਹਾਂਜੀ ਸਰ, ਜਿਹੜੀ 4 ਸਾਲ ਦੀ B.Ed ਆ ਰਹੀ ਹੈ, ਉਹਦੇ ਵਿੱਚ ਗ੍ਰੈਜੂਏਸ਼ਨ ਦੀ ਨੌਲੇਜ ਵੀ ਤਾਂ ਇੰਕਲੂਡਡ ਹੀ ਹੈ। ਯੈਸ ਸਰ, ਮਤਲਬ ਇੰਟੀਗ੍ਰੇਟਿਡ ਕੋਰਸ ਹੀ ਆ ਰਿਹਾ ਹੈ। ਨਹੀਂ, ਜਿਵੇਂ B.Tech ਇੰਟੀਗ੍ਰੇਟਿਡ ਕੋਰਸ ਆ ਰਿਹਾ, ਪਰ ਉਹਦੇ ਵਿੱਚ
ਹਰ ਸਾਲ ਇੱਕ ਬੀਐਡ ਦਾ ਸਬਜੈਕਟ ਵੀ ਨਾਲ ਪੜਾਇਆ ਜਾਏਗਾ। ਮਤਲਬ ਪਹਿਲਾਂ 5 ਸਬਜੈਕਟ ਨਾਲ ਬੀਐਡ ਹੁੰਦੀ ਸੀ, ਹੁਣ 6 ਨਾਲ ਹੋਏਗੀ। ਜਿਵੇਂ ਇੱਕ ਸਾਲ ਸਾਈਕੋਲੋਜੀ ਪੜਾਵਾਂਗੇ, 1 ਸਾਲ ਅਸੈਸਮੈਂਟ ਪੜਾਵਾਂਗੇ, 1 ਸਾਲ ਸੀ ਤੁਹਾਨੂੰ ਜਿਹੜਾ ਕੰਟੈਂਪਰੇਰੀ, ਮਤਲਬ ਹਰ ਸਾਲ ਇੱਕ ਐਡੀਸ਼ਨਲ ਸਬਜੈਕਟ ਜਿਹੜਾ ਹੈ ਜਾਂ ਦੋ ਐਡੀਸ਼ਨਲ ਸਬਜੈਕਟ ਹੋਰ ਬੱਚੇ ਨੂੰ ਪੜ੍ਹਨੇ ਪੈਣਗੇ। ਉਹਦੇ ਨਾਲ ਕੀ ਹੈ ਕਿ ਬਰਡਨ ਤਾਂ ਘਟਿਆ, 1 ਸਾਲ ਬਚ ਗਿਆ, ਪਰ ਬੱਚਾ ਇੱਥੇ ਆਈਡੀਆ ਬਦਲ ਰਹੇ ਆ। ਅਸੀਂ ਕਹਿੰਦੇ ਆ ਬਾਏ ਚੁਆਇਸ ਬਰਡਨ ਟੀਚਰ ਬਣੇ। ਘਟਿਆ ਕਿਦਾਂ? ਬਰਡਨ ਤਾਂ ਵਧਿਆ ਬਰਡਨ ਵਧਿਆ। ਨਹੀਂ, ਜਿਵੇਂ 3 ਸਾਲ ਦੀ BSc plus ਵਧਿਆ ਨਹੀਂ ਹੈ। ਸੁਣੋ, ਹਾਂ ਘਟਿਆ। ਤੁਹਾਡੇ ਘਰ ਚ ਕਿਸੇ ਨੇ ਇੰਜੀਨੀਅਰਿੰਗ ਕੀਤੀ ਹੈ? ਯੈਸ ਸਰ, ਉਹ Yes, sir. ਕਿੰਨੇ ਸਾਲਾਂ ਚ ਕੀਤੀ ਉਹਨਾਂ ਨੇ? 4 ਸਾਲ ਚ। ਕੋਈ 4 ਸਾਲ MBBS ਕਿੰਨੇ ਸਾਲਾਂ ਚ ਕਰਦਾ? 5। ਹਾਂ, 5 ਸਾਲ। 4, ਕਿਤੇ 4 ਹੈ ਕਿਤੇ 5 ਹੈ, ਸਾਡੇ ਪੰਜਾਬ ਚ 5 ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਜਿਹੜਾ ਐਕਚੁਅਲ ਚ ਪ੍ਰੋਫੈਸ਼ਨਲ ਟੀਚਰ ਨੇ ਬਣਨਾ ਉਹ 4 ਸਾਲ ਤੋਂ ਘੱਟ ਸਮੇਂ ਚ ਨਹੀਂ ਬਣ ਸਕਦਾ। ਅਗਲੀ ਗੱਲ ਜਿਹੜੀ ਉਹ ਕਹਿੰਦੇ ਬਾਏ ਚੁਆਇਸ ਆਵੇ, +2 ਚ ਡਿਸਾਈਡ ਕਰੇ ਮੈਂ ਟੀਚਰ ਬਣਨਾ ਹੈ। ਇਹ ਨਹੀਂ ਹੈ ਕਿ BSc ਕਰ ਲਈ ਉਦੋਂ ਬਾਅਦ ਕੋਈ ਟੈਸਟ ਕਰੈਕ ਨਹੀਂ ਹੋਇਆ ਤਾਂ ਕਹੇ ਮੈਂ ਟੀਚਰ ਬਣਾ ਦਿਓ ਮੈਨੂੰ। ਇਸ ਤਰ੍ਹਾਂ ਨਹੀਂ ਟੀਚਰ ਯੈਸ ਬਣਾਉਣਾ। ਸਰ। ਬਾਏ ਚੁਆਇਸ, ਉਹ ਬੜੀ ਵੱਡੀ ਚੇਂਜ ਹੈ। ਔਰ ਅਗਲੀ ਗੱਲ ਜਿਹੜੀ ਅਸੀਂ ਕਹਿ ਰਹੇ ਹਾਂ, ਸਰ ਇਹਦੇ ਨਾਲ ਜਿਹੜੀ 2 ਸਾਲ ਦੀ ਬੀਐਡ ਅਸੀਂ ਕੀਤੀ ਉਹਦੀ ਵੈਲਿਊ ਤਾਂ ਨਹੀਂ ਖਤਮ ਹੋ ਜਾਏਗੀ? ਬੱਚੇ ਤੁਹਾਡੀ ਡਿਗਰੀ 2030 ਤੱਕ ਹੀ ਵੈਲਿਡ ਹੈ। ਇੱਕ ਗੱਲ ਨੂੰ ਮੰਨ ਕੇ ਚੱਲਿਓ, ਗਵਰਨਮੈਂਟ ਨੇ ਪਾਲਿਸੀ 'ਚ ਮੈਂਸ਼ਨ ਕਰ ਦਿੱਤਾ ਕਿ ਜਿਹੜੇ ਬੱਚੇ 2026 ਤੱਕ ਡਿਗਰੀ ਕਰਨਗੇ ਉਹ ਆਪਣਾ ਟੈਸਟ ਕਲੀਅਰ ਕਰਕੇ ਜੇਕਰ ਉਹ 2030 ਤੱਕ ਆਪਣੀ ਬੀਐਡ ਦੀ ਜਿਹੜੀ ਹੈ ਗਵਰਨਮੈਂਟ ਜੌਬ ਲੈ ਲੈਣ, ਉਸ ਤੋਂ ਬਾਅਦ ਇਹ ਨਲ ਐਂਡ ਵਾਈਡ ਹੋ ਜਾਣਗੀਆਂ ਡਿਗਰੀਜ਼। ਤਾਂ ਮਤਲਬ ਅੱਜ ਕਿੰਨੇ 'ਚ ਬੈਠੇ ਆਪਾਂ? 22 'ਚ। 8 ਸਾਲ ਨੇ ਤੁਹਾਡੇ ਕੋਲ। 8 ਸਾਲਾਂ 'ਚ ਜੇ ਤੁਸੀਂ ਜੌਬ ਲੈ ਗਏ ਤਾਂ ਤੁਹਾਡੀ ਇਹ ਡਿਗਰੀ ਵੈਲਿਡ ਹੋਏਗੀ, ਨਹੀਂ ਤਾਂ ਫਿਰ ਗਵਰਨਮੈਂਟ ਜੌਬ ਲਈ ਤੁਸੀਂ ਕੁਆਲੀਫਾਈ ਨਹੀਂ ਹੋਵੋਗੇ, ਸਿਰਫ ਪ੍ਰਾਈਵੇਟ ਸਕੂਲਾਂ ਲਈ ਰਹਿ ਜਾਓਗੇ। ਸਮਝੀਏ ਗੱਲ ਨੂੰ? ਓਕੇ ਸਰ। ਇਹ ਉਹਨਾਂ ਨੇ ਮੈਂਸ਼ਨ ਕਰ ਦਿੱਤਾ ਡਾਕੂਮੈਂਟ ਦੇ ਵਿੱਚ। ਡਾਕੂਮੈਂਟ ਪੜ੍ਹ ਵੀ ਲਿਓ, ਜਿਹੜੀ ਨਵੀਂ ਪਾਲਿਸੀ ਆ ਰਹੀ ਹੈ ਉਹਨੂੰ ਥੋੜਾ ਪੜ੍ਹ ਵੀ ਲਿਓ। ਟੀਚਰ ਦਾ ਕੰਮ ਪੜ੍ਹਨ ਨਾਲ ਵੀ ਜੁੜਿਆ ਹੋਇਆ। ਬਸ 1-2 ਗੱਲਾਂ ਹੋਰ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਇਸ ਨੂੰ ਕੰਕਲੂਡ ਕਰਾਂਗੇ। ਤਾਂ ਉਹ ਕਹਿੰਦੇ ਕਿ ਬੀਐਡ ਜਿਹੜੀ ਕੋਰਸਪੋਂਡੈਂਸ ਹੈ ਖਤਮ ਕਰ ਦਿਓ। ਕੋਰਸਪੋਂਡੈਂਸ ਕੋਈ ਬੀਐਡ ਨਹੀਂ, ਬੀਐਡ ਰੈਗੂਲਰ ਹੋਏਗੀ। ਔਰ ਪੂਰੇ ਭਾਰਤ 'ਚ ਅਸੀਂ ਇਹ ਬੰਦ ਕਰ ਦਿੱਤਾ। ਹੁਣ ਕਿਤੇ ਬੀਐਡ ਨਹੀਂ ਮਿਲਦੀ ਤੁਹਾਨੂੰ ਕੋਰਸਪੋਂਡੈਂਸ। ਸਿਰਫ ETT ਦਾ ਟੀਚਰ ਜਿਹੜਾ +2 ਕਰਕੇ ਪ੍ਰਾਇਮਰੀ ਕਲਾਸਾਂ ਨੂੰ ਪੜ੍ਹਾਉਣ ਲੱਗ ਗਿਆ ਔਰ ਉਹਨੇ BA ਕਰ ਲਈ ਹੈ, ਅਸੀਂ ਉਹਨੂੰ ਕਿਹਾ ਕਿ ਸਿਰਫ ਉਸ ਨੂੰ ਅਸੀਂ ਆਪਣੀ ਐਜੂਕੇਸ਼ਨ ਕੁਆਲੀਫਿਕੇਸ਼ਨ ਇੰਪਰੂਵ ਕਰਨ ਲਈ ਉਸ ਨੂੰ ਹੈਲਪ ਕਰਾਂਗੇ ਤਾਂ ਕਿ ਉਹ ਪ੍ਰਮੋਸ਼ਨ ਲੈ ਸਕੇ। ਅਦਰਵਾਈਜ਼ ਕਿਸੇ ਡਿਪਾਰਟਮੈਂਟ 'ਚ ਕਿਤੇ ਵੀ ਇੰਡੀਆ ਦੇ ਵਿੱਚ ਕਿਸੇ ਕਾਲਜ ਦੇ ਵਿੱਚ ਜਾਂ ਕਿਸੇ ਯੂਨੀਵਰਸਿਟੀ 'ਚ ਰੈਗੂਲਰ ਜਿਹੜੀ ਹੈ ਕੋਰਸਪੋਂਡੈਂਸ ਕੋਰਸ ਨਹੀਂ ਹੋਏਗਾ। ਅਗਲੀ ਉਹ ਕਹਿੰਦੇ ਆ ਕਿ ਸਾਨੂੰ सर जो टीचर जॉब वगैरह करते हैं हाँ जी तो सर बीएड नहीं कर पाते तो वो कॉरेस्पॉन्डेंस करते हैं जॉब के साथ साथ, वो कर सकते हैं? नहीं, टीचर जो ETT जिसने कोर्स किया सिर्फ वही कर सकता है, दूसरा कोई नहीं कर सकता। मान लो किसी ने ग्रेजुएशन की प्राइवेट स्कूल च पढ़ाने लग गया, हुण चाहता मैं नाल BEd भी करना, पॉसिबिलिटी नहीं है, रेगुलर ही करनी पड़ेगी, प्राइवेट नहीं हो सकती। ठीक है, ओके सर। जो +2 ਜਾਂ ETT ਕਰਕੇ ਗਵਰਨਮੈਂਟ ਜੌਬ 'ਚ ਟੀਚਰ ਲੱਗੇ ਆ ਪ੍ਰਾਇਮਰੀ ਸਕੂਲਾਂ ਦੇ ਵਿੱਚ, ਉਹ ਕਰ ਸਕਦੇ ਆ। ਅਗਲੀ ਗੱਲ ਉਹ ਕਹਿੰਦੇ ਆ ਕਿ ਸਾਨੂੰ ਜਿਹੜਾ ਟੀਚਰ ਐਜੂਕੇਸ਼ਨ ਹੈ ਉਸ ਨੂੰ ਇਨ ਸਰਵਿਸ ਵੀ ਰੱਖਣਾ ਪਏਗਾ। ਸਾਨੂੰ ਟੀਚਰ ਨੂੰ ਓਰੀਐਂਟੇਸ਼ਨ ਕੋਰਸਿਸ ਦੇਣੇ ਪੈਣਗੇ, ਰਿਫਰੈਸ਼ਰ ਕੋਰਸਿਸ ਦੇਣੇ ਪੈਣਗੇ ਤਾਂ ਕਿ ਉਹ ਆਪਣੀਆਂ ਪ੍ਰੋਫੈਸ਼ਨਲ ਸਕਿੱਲਸ ਨੂੰ ਡੇ ਬਾਏ ਡੇ ਅਪ ਕਰ ਸਕੇ। ਇਹ ਨਾ ਹੋਵੇ ਕਿ ਇੱਕ ਵਾਰ ਪੜ੍ਹ ਕੇ ਆ ਗਿਆ ਤਾਂ ਕਹੇ ਮੈਨੂੰ ਹੁਣ ਹੋਰ ਕੁਝ ਸਿੱਖਣ ਦੀ ਲੋੜ ਨਹੀਂ ਹੈ। ਟੀਚਰ ਨੂੰ ਸਾਰੀ ਉਮਰ ਸਟੂਡੈਂਟ ਬਣਾ ਕੇ ਰੱਖਾਂਗੇ। ਅਗਲੀ ਗੱਲ ਉਹ ਕਹਿੰਦੇ ਆ ਕਿ ਪਬਲਿਕ ਐਗਜ਼ਾਮੀਨੇਸ਼ਨ ਜਿਹੜੀਆਂ ਨੇ ਉਹ ਮੈਟ੍ਰਿਕ ਤੇ +2 ਦੇ ਵਿੱਚ ਹੀ ਕਰੋ, ਬਾਕੀ ਸਾਰੇ ਬੋਰਡ ਦੇ ਐਗਜ਼ਾਮ ਹਟਾ ਦਿਓ। ਜਿਹਦਾ ਰਿਜ਼ਲਟ ਸਾਨੂੰ ਨੈਗੇਟਿਵ ਮਿਲਿਆ, ਹੁਣ ਅਸੀਂ ਇਸ ਵਾਰ ਤੋਂ ਫਿਰ 5ਵੀਂ ਤੇ 8ਵੀਂ ਦਾ ਬੋਰਡ ਦਾ ਐਗਜ਼ਾਮ ਹੋਵੇ। ਫਿਰ ਉਹ ਕਹਿੰਦੇ ਆ ਕਿ ਸਾਨੂੰ ਇੱਕ ਪ੍ਰੋਜੈਕਟ ਟੀਮ ਬਣਾਉਣੀ ਪਏਗੀ। ਪ੍ਰੋਜੈਕਟ ਟੀਮ ਦਾ ਮਤਲਬ ਕੀ ਹੈ ਕਿ ਜਿਹੜੇ ਛੋਟੇ-ਛੋਟੇ ਸਬਜੈਕਟਸ ਨੇ, ਹਰ ਸਬਜੈਕਟ ਲਈ ਇੱਕ ਪ੍ਰੋਜੈਕਟ ਟੀਮ ਹੋਵੇ ਜਿਹੜੀ ਉਹਦਾ ਸਿਲੇਬਸ, ਬੁੱਕਸ ਲਈ ਕੰਟੈਂਟ ਜਿਹੜਾ ਹੈ ਉਹ ਸਿਲੈਕਟ ਕਰੇ ਔਰ ਉਸ ਨੂੰ ਡਿਵੈਲਪ ਕਰੇ। ਫਿਰ ਉਹ ਕਹਿੰਦੇ ਆ ਕਿ ਸਾਨੂੰ ਕੁਝ ਸਬਜੈਕਟ ਜਿਹੜੇ ਨੇ ਉਹਨਾਂ ਨੂੰ ਆਪਸ਼ਨਲ ਕਰ ਦੇਣਾ ਚਾਹੀਦਾ। ਜਿਵੇਂ ਮੈਥਮੈਟਿਕਸ ਹੈ, ਉਹ ਸਾਰਿਆਂ ਨੂੰ ਕਿਉਂ ਪੜਾਉਣਾ ਹੈ? ਇਹ ਅਸੀਂ ਕਰ ਦਿੱਤਾ ਬਾਅਦ ਦੇ ਵਿੱਚ। ਉਹ ਕਹਿੰਦੇ ਕਿ ਜਿੰਨੇ ਤਾਂ ਅੱਗੇ ਇੰਜੀਨੀਅਰਿੰਗ ਕਰਨੀ ਹੈ ਉਹ ਤਾਂ ਮੈਥਮੈਟਿਕਸ ਪੜ੍ਹੇਗਾ ਬੇਸਿਕਸ, ਐਡਵਾਂਸ। ਜਿੰਨੇ ਨਹੀਂ ਅੱਗੇ ਪੜ੍ਹਨਾ, ਮੰਨ ਲਓ +2 ਤੋਂ ਮੈਟ੍ਰਿਕ ਤੋਂ ਬਾਅਦ ਉਹਨੇ ਮੈਥਮੈਟਿਕਸ ਨਹੀਂ ਰੱਖਣਾ, ਉਸ ਨੂੰ ਅਸੀਂ ਬੇਸਿਕ ਮੈਥਮੈਟਿਕਸ ਕਰਾਵਾਂਗੇ। ਤਾਂ ਮੈਥਮੈਟਿਕਸ 2 ਤਰ੍ਹਾਂ ਨਾਲ ਹੋਏਗਾ ਤਾਂ ਕਿ ਬੱਚੇ ਤੇ ਬਰਡਨ ਘਟੇ। ਅੱਧੇ ਬੱਚੇ ਤਾਂ ਸਕੂਲ ਇਸ ਕਰਕੇ ਛੱਡ ਜਾਂਦੇ ਆ ਕਿ ਉਹਨਾਂ ਨੂੰ ਮੈਥ ਨਹੀਂ ਆਉਂਦਾ। ਤਾਂ ਇਹ ਵੀ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਹੈ। ਅਗਲੀ ਗੱਲ ਉਹ ਕਹਿੰਦੇ ਆ ਕਿ ਜਿਹੜੀਆਂ ਲੈਂਗੁਏਜਸ ਨੇ ਟੈਕਸਟ ਬੁੱਕਸ ਦੀਆਂ, ਉਹ ਜਿਹੜੇ ਹੈ ਉਹਦੇ ਵਿੱਚ ਸਾਨੂੰ ਐਡਿਕੁਏਟਲੀ ਸਪੋਕਨ ਜਿਹੜੀ ਹੈ ਉਹਨੂੰ ਲੈ ਕੇ ਆਉਣਾ ਪਏਗਾ। ਸਾਡੀ ਇਹ ਪ੍ਰੋਬਲਮ ਕੀ ਹੈ ਕਿ ਟੈਕਸਟ ਬੁੱਕਸ ਜਿਹੜੀਆਂ ਨੇ ਉਹ ਇਮੈਜਨਰੀ ਨੇ, ਸਟੋਰੀਜ਼ ਵੀ ਇਮੈਜਨਰੀਜ਼ ਨੇ ਔਰ ਲਾਈਫ ਐਕਸਪੀਰੀਅੰਸ ਨਹੀਂ ਦਿੰਦੀਆਂ। ਬੱਚੇ ਦੀ ਰੂਟੀਨ 'ਚੋਂ ਯੂਜ਼ ਨਹੀਂ ਹੁੰਦਾ, ਇਸੇ ਕਾਰਨ ਉਹਦੀਆਂ ਸਪੋਕਨ ਸਕਿੱਲਸ ਅੱਛੀਆਂ ਨਹੀਂ ਹੁੰਦੀਆਂ।
ਸਾਇੰਸ ਦੇ ਸਿਲੇਬਸ ਦੀ ਗੱਲ ਕਰਦੇ ਆ, ਉਹ ਕਹਿੰਦੇ ਆ ਕਿ ਐਗਜ਼ਾਮੀਨੇਸ਼ਨ ਓਰੀਐਂਟਡ ਹੈ, ਇਹਨੂੰ ਲਾਈਫ ਓਰੀਐਂਟਡ ਬਣਾਉਣਾ ਹੈ। ਤਾਂ ਲਾਈਫ ਓਰੀਐਂਟਡ ਬਣਾਉਣਾ ਕਹਿੰਦਾ ਪਹਿਲਾਂ ਹੈਲਥ, ਹਾਈਜੀਨ, ਸੈਨੀਟੇਸ਼ਨ ਦੀ ਗੱਲ ਕਰੋ, ਫਿਰ ਗੱਲ ਕਰਾਂਗੇ ਗਲੋਬਲ ਵਾਰਮਿੰਗ ਕੀ ਹੁੰਦੀ ਹੈ। ਤਾਂ ਇਹਦਾ ਮਤਲਬ ਹੈ ਕਿ ਬੇਸਿਕ 'ਚ ਸਾਨੂੰ ਇਹ ਕੁਝ ਸਿਖਾਉਣਾ ਹੈ। ਫਿਰ ਜਿਹੜੀ ਗੱਲ ਉਹ ਕਰ ਰਹੇ ਆ, ਉਹ ਕਹਿੰਦੇ ਆ ਕਿ ਸਾਨੂੰ ਹਿਸਟਰੀ, ਜਿਓਗ੍ਰਾਫੀ ਜਿਹੜੀ ਹੈ ਇਹ 6 ਤੋਂ ਬਾਅਦ ਇੰਟਰੋਡਿਊਸ ਕਰਨੀ ਹੈ। ਅੱਜ ਅਸੀਂ ਫਸਟ ਤੋਂ ਹੀ ਹਿਸਟਰੀ, ਜਿਓਗ੍ਰਾਫੀ ਸਾਰਾ ਕੁਝ ਇੰਟਰੋਡਿਊਸ ਕਰਕੇ ਬੈਠੇ ਹਾਂ, ਬੱਚੇ ਤੇ ਬਰਡਨ ਹੋ ਰਿਹਾ। ਅਸੀਂ ਇਸ ਨੂੰ ਰੋਕੋ। ਜਿਹੜੀ ਸੋਸ਼ਲ ਸਾਇੰਸ ਹੈ ਇਹਨੂੰ এনवायरमेंटल ਸਾਇੰਸ ਵਾਂਗ ਬਣਾਓ। ਬੱਚਾ ਆਲੇ ਦੁਆਲੇ ਕੀ ਦੇਖਦਾ ਹੈ, ਉਹਨੂੰ ਸਿਰਫ ਫਲੋਰਾ ਐਂਡ ਫੌਨਾ ਜਿਹੜੀ ਹੈ ਫਸਟ ਸਟੇਜ ਤੇ ਦੱਸਣੀ ਹੈ। ਆਲੇ ਦੁਆਲੇ ਕਿਹੜੇ ਕਿਹੜੇ ਹਰਬਸ ਦੇਖਦਾ, ਪਲਾਂਟਸ ਦੇਖਦਾ, ਐਨੀਮਲਸ ਦੇਖਦਾ, ਜਿਹੜੇ ਪੈਟਸ ਉਹਨਾਂ ਨੇ ਰੱਖੇ ਆ ਉਹਨਾਂ ਦੀ ਗੱਲ। ਜਿਹੜੀ ਸੋਸ਼ੋ ਪੋਲੀਟੀਕਲ ਤੇ ਇਕਨੋਮਿਕ ਸਿਸਟਮ ਹੈ ਇਹ 9th ਤੇ 10th 'ਚ ਇਹ ਅਸੀਂ ਇਸੇ ਤਰ੍ਹਾਂ ਹੀ ਕਰਨ ਜਾ ਰਹੇ ਹਾਂ। ਹੁਣ ਅਸੀਂ ਜਿਹੜੀ ਤੁਸੀਂ ਦੇਖਿਆ ਹੋਵੇਗਾ ਜਿਹੜੀਆਂ ਤੁਹਾਡੀਆਂ ਪ੍ਰਾਇਮਰੀ 'ਚ ਬੱਚੇ ਪੜ੍ਹਦੇ ਆ ਉਹਨਾਂ ਨੂੰ ਸਾਇੰਸ ਨਹੀਂ ਪੜ੍ਹਾ ਰਹੇ, এনवायरमेंटल ਸਾਇੰਸ ਪੜ੍ਹਾ ਰਹੇ ਆ। ਦੇਖੇ ਨੇ ਬੁੱਕਸ ਦੇਖੀਆਂ ਕਿ ਨਹੀਂ? ਘਰ 'ਚ ਕੋਈ ਬੱਚਾ ਹੈ ਛੋਟਾ? ਯੈਸ ਸਰ। ਹਾਂ, ਅਸੀਂ ਸਾਇੰਸ ਨੂੰ ਬੰਦ ਕਰ ਦਿੱਤੀ ਆ, ਸਾਇੰਸ ਨਹੀਂ ਪੜ੍ਹਾ ਰਹੇ। ਅਸੀਂ ਕਿਹਾ ਸਾਇੰਸ ਕਿਉਂ ਪੜ੍ਹਾਉਣੀ ਹੈ, ਸੋਸ਼ਲ ਸਾਇੰਸ ਕਿਉਂ ਪੜ੍ਹਾਉਣੀ ਹੈ, এনवायरमेंटल ਸਾਇੰਸ ਪੜ੍ਹਾਓ। এনवायरमेंटल ਸਾਇੰਸ 'ਚ ਅਸੀਂ ਉਹਨਾਂ ਨੂੰ ਦੱਸਦੇ ਆ ਕਿ ਜਿਹੜੇ ਪਲਾਂਟਸ ਕਿਵੇਂ ਗਰੋ ਕਰਦੇ ਆ, ਜਾਂ ਤੁਹਾਡੀ ਧਰਤੀ ਜਿਹੜੀ ਹੈ ਸੋਇਲ ਕਿਵੇਂ ਦੀ ਹੈ, ਜਾਂ ਤੁਹਾਡੇ ਫਲੋਰਾ ਐਂਡ ਫੌਨਾ ਕਿਵੇਂ ਹੈ, ਬੱਚਾ ਜਿਹੜਾ ਹੈ ਜਿਹੜੇ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਨੇ ਉਹ, ਜਾਂ ਇਕੋਸਿਸਟਮ, ਇਹਦੀ ਛੋਟੀ-ਛੋਟੀਆਂ ਗੱਲਾਂ ਜਿਹੜੀਆਂ ਕਰਦੇ ਆ। ਹੁਣ ਅਸੀਂ ਸਾਇੰਸ ਨੂੰ ਵੀ ਐਵੇਂ ਹੀ ਬਦਲ ਦਿੱਤਾ ਹੈ। ਫਿਰ ਉਹ ਕਹਿੰਦੇ ਆ ਕਿ ਜਿਹੜੀ ਰੈਪੀਟੀਟਿਵ ਨੇਚਰ ਦੀ ਹੈ ਹਿਸਟਰੀ ਉਹ ਹਟਾ ਦਿਓ। ਜਿਵੇਂ ਅਕਬਰ ਪਹਿਲੀ 'ਚ ਵੀ ਪੜ੍ਹਾ ਦਿੱਤਾ, ਫਿਰ BA 'ਚ ਜਾ ਕੇ ਵੀ ਪੜ੍ਹਾ ਦਿੱਤਾ। ਜੇ BA 'ਚ ਪੜ੍ਹਾ ਸਕਦੇ ਹੋ ਪਹਿਲੀ 'ਚ ਕਿਉਂ ਪੜ੍ਹਾਉਣਾ, ਜ਼ਰੂਰਤ ਕੀ ਹੈ ਉਸ ਹਿਸਟਰੀ ਦੀ? ਤਾਂ ਅਸੀਂ ਉਹ ਹਿਸਟਰੀ ਵੀ ਹਟਾਉਣ ਦੀ ਗੱਲ ਕਰ ਰਹੇ ਹਾਂ। ਫਿਰ ਅਸੀਂ ਕਹਿੰਦੇ ਆ ਕਿ ਜਿਹੜੀ ਜਿਓਗ੍ਰਾਫੀ ਹੈ ਕੰਟੈਂਪਰੇਰੀ ਰਿਐਲਿਟੀ ਦੀ ਪੜ੍ਹਾਓ। ਕੰਟੈਂਪਰੇਰੀ ਰਿਐਲਿਟੀ ਦਾ ਮਤਲਬ ਕੀ ਹੈ? ਉਹ ਕਹਿੰਦੇ ਆ ਕਿ ਤੁਸੀਂ ਦੇਖੋ, ਇੱਕ ਨਾ ਸਾਡੇ ਇੱਥੇ ਤਾਜ ਹੋਟਲ 'ਚ ਅੱਗ ਲੱਗੀ ਸੀ ਜਦੋਂ ਅਟੈਕ ਹੋਇਆ ਸੀ 26 'ਚ, ਉਹ 26 ਜਨਵਰੀ ਵਾਲੀ ਇਨਸੀਡੈਂਟ ਇੱਕ 2008 ਹਾਂ 2008 में ਉੱਥੇ ਨਾ ਉੱਥੋਂ ਦੀ ਇੱਕ ਰਿਪੋਰਟ ਆਈ, ਤੁਸੀਂ ਉਹ ਰਿਪੋਰਟ ਵਿਨੋਦ ਦੂਆ ਦੇ ਚੈਨਲ ਤੇ ਵੀ ਦੇਖ ਸਕਦੇ ਹੋ। ਉਹ ਵਿਨੋਦ ਦੂਆ ਨੇ ਰਿਪੋਰਟਿੰਗ ਕੀਤੀ। ਉਹ ਕਹਿੰਦੇ ਮਰੇ ਨਾ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਏਸ਼ੀਅਨ ਸੀਗੇ। ਕਾਰਨ ਯੂਰਪ ਦੇ ਲੋਕ ਨਹੀਂ ਮਰੇ, ਕਿਉਂਕਿ ਯੂਰਪ ਦੇ ਵਿੱਚ ਅਰਥਕੁਏਕ ਤੋਂ ਕਿਵੇਂ ਬਚਣਾ, ਫਸਟ ਏਡ ਕੀ ਲੈਣੀ ਹੈ, ਔਰ ਅੱਗ ਲੱਗ ਜੇ ਫਾਇਰ ਇਨਸੀਡੈਂਟ ਤੋਂ ਕਿਵੇਂ ਬਚਣਾ ਹੈ ਉੱਥੇ ਸਿਖਾਇਆ ਜਾਂਦਾ यस ਹੈ। सर उन्होंने टॉवल्स नाल अपने आप ਨੂੰ ਕੀਤਾ ਸੀ ਪ੍ਰੋਟੈਕਟ। ਹਾਂ, ਉਹ ਕਹਿੰਦੇ ਕਿ ਜਿਹੜੀ ਪਹਿਲੇ 30 ਮਿੰਟ ਤੱਕ ਜਿਹੜਾ ਸਮੋਗ ਹੁੰਦਾ ਹੈ, ਜਿਹੜਾ ਤੁਹਾਡੇ ਸਾਹ ਨੂੰ ਰੋਕ ਸਕਦਾ ਹੈ, ਉਹ ਧਰਤੀ ਤੋਂ 1 ਫੁੱਟ ਉੱਚਾ ਰਹਿੰਦਾ ਹੈ। ਤਾਂ ਉੱਥੇ ਸਕੂਲ 'ਚ ਸਿਖਾਇਆ ਜਾਂਦਾ ਕਿ ਜੇ ਤੁਹਾਡੇ ਕਮਰੇ ਨੂੰ ਅੱਗ ਲੱਗ ਜਾਵੇ ਤਾਂ ਤੁਸੀਂ ਧਰਤੀ ਤੇ ਲੇਟ ਜਾਣਾ ਹੈ। ਤਾਂ ਉਹ ਲੋਕ ਧਰਤੀ ਤੇ ਲੇਟੇ ਰਹੇ ਔਰ 25 ਮਿੰਟ ਬਾਅਦ ਉਹਨਾਂ ਨੂੰ ਫਸਟ ਏਡ ਮਿਲ ਗਈ ਤੇ ਉਹ ਬਚ ਗਏ। ਸਾਡੇ ਭਾਰਤ ਦੇ ਲੋਕਾਂ ਨੂੰ ਜਾਂ ਬੱਚਿਆਂ ਨੂੰ ਇਹ ਨਹੀਂ ਸਿਖਾਇਆ ਜਾਂਦਾ ਕਿ ਅੱਗ ਲੱਗ ਜੇ ਤਾਂ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ। ਤਾਂ ਉਹ ਸਾਡੇ ਬਾਂਦਰ ਵਾਂਗ ਨੱਚਦੇ ਰਹੇ, ਸ਼ੀਸ਼ਿਆਂ ਨੂੰ ਖੜਕਾਉਂਦੇ ਰਹੇ, ਦਰਵਾਜ਼ੇ ਖੜਕਾਉਂਦੇ ਰਹੇ। ਜਦੋਂ ਅੱਗ ਲੱਗੀ ਹੁੰਦੀ ਹੈ ਕੋਈ ਵੀ ਚੀਜ਼ ਖੁੱਲਦੀ ਨਹੀਂ ਹੁੰਦੀ, ਔਰ ਉਹਨਾਂ ਦੀ ਸਫੋਕੇਸ਼ਨ ਨਾਲ ਡੈਥ ਹੋ ਗਈ। ਉਹ ਕਹਿੰਦੇ ਆ ਕੰਟੈਂਪਰੇਰੀ ਰਿਐਲਿਟੀ ਸਿਖਾਓ। ਇਸ ਤਰ੍ਹਾਂ ਦੀ ਜਿਓਗ੍ਰਾਫੀ ਸਿਖਾਉਣ ਦੀ ਗੱਲ ਥੋੜੀ, ਠੀਕ ਹੈ। ਤਾਂ ਇਹਦੇ ਨਾਲ ਸਾਡਾ ਜਿਹੜਾ ਕਰਿਕੂਲਮ ਹੈ ਉਹ ਕੰਪਲੀਟ ਹੁੰਦਾ ਹੈ। ਮੈਂ ਥੋੜਾ ਫਾਸਟ ਕਰਾਇਆ, ਪਰ ਮੇਰਾ ਆਈਡੀਆ ਸੀ ਕਿ ਇਸ ਵੀਕ ਅਸੀਂ ਇਸ ਨੂੰ ਖਤਮ ਕਰ ਦਈਏ। ਮੈਨੂੰ ਹੋਪ ਹੈ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ। ਥੋੜਾ ਡਿਟੇਲ ਪੜ੍ਹ ਲਿਓ। ਜੇ ਕੋਈ ਗੱਲ ਨਹੀਂ ਸਮਝ ਆਈ ਤਾਂ ਅਗਲੇ ਲੈਕਚਰ ਦੇ ਆਪਾਂ ਲੈਣੇ ਆ, ਉਹਦੇ 'ਚ ਦੱਸ ਦਿਓ ਮੈਨੂੰ ਕੀ ਡਿਸਕਸ਼ਨ ਕਰਨਾ ਹੈ। ਅਮਨ ਇਹਨਾਂ ਸਾਰਿਆਂ ਨਾਲ ਡਿਸਕਸ ਕਰਕੇ ਮੈਨੂੰ ਦੱਸਣਾ ਫਿਰ ਹੋਰ ਕੀ ਮੇਰੇ ਤੋਂ ਕਰਵਾਉਣਾ ਚਾਹੁੰਦੇ ਹੋ, ਠੀਕ ਹੈ।